ਜਿਹੜਾ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੇ ਜਿਉਂਦੇ ਜੀ ਕੰਮ ਕਰ ਦਿੱਤਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਚੀਜ਼ ਅਨਾਉਂਸ ਕਰ ਦਿੱਤੀ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਹੈ। ਕਿੱਦਾਂ ਉਸ ਚੀਜ਼ ਦੀ ਸ਼ੁਰੂਆਤ ਹੋਈ, ਕਿੱਥੋਂ ਉਹ ਲੱਗੇ ਨੌਜਵਾਨਾਂ ਦੀ ਭਾਲ ਵਿੱਚ, ਡਾਟਾ ਕਲੈਕਟ ਕਿੱਦਾਂ ਕੀਤਾ ਉਹਨਾਂ? ਕਿਉਂਕਿ ਸਾਡੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਬਹੁਤ ਜਿਹੜੇ ਨੌਜਵਾਨ ਸੀਗੇ ਉਹ ਗੁੰਮ ਹੋ ਰਹੇ ਸੀਗੇ। ਵੱਡੀ ਗੱਲ ਇਹ ਹੋਈ ਕਿ ਉਸ ਵੇਲੇ ਦੇ 2 ਡਾਇਰੈਕਟਰ ਵੀ ਗਾਇਬ ਹੋ ਗਏ ਔਰ ਉਹਨਾਂ ਦੇ ਘਰ ਦੇ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਦੇ ਫਿਰਦੇ ਸੀ ਤੇ ਜਸਵੰਤ ਸਿੰਘ ਉਹਨਾਂ ਦੀ ਮਦਦ ਕਰ ਰਹੇ ਸੀ ਉਸ ਵੇਲੇ। ਉਹ 2 ਜਦੋਂ ਗਾਇਬ ਹੋਏ ਤੇ ਜਸਵੰਤ ਸਿੰਘ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ। ਜਦੋਂ ਬਾਬਾ ਪਿਆਰਾ ਸਿੰਘ ਦੀ ਲਾਸ਼ ਜਿਹੜੀ ਉਹਨੂੰ ਲੱਭਣ ਵਾਸਤੇ ਇਹ ਦਰਗਿਆਨਾ ਮੰਦਰ ਸ਼ਮਸ਼ਾਨ ਘਾਟ ਦੇ ਵਿੱਚ ਜਾਂਦੇ ਆ ਤਾਂ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਸੀਗੇ ਉਹਨਾਂ ਨੇ ਦੱਸਿਆ ਕਿ ਇੱਥੇ ਤੇ ਰੋਜ਼ ਟਰੱਕ ਭਰ ਕੇ ਲਾਸ਼ਾਂ ਦਾ ਆਉਂਦਾ ਹੈ, ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਉਹਨਾਂ ਨੇ ਦੱਸਿਆ। ਉਸ ਮੁਲਾਜ਼ਮ ਨੇ ਕਿਸੇ ਨੇ ਕਿਹਾ ਵੀ ਇਹ ਜਿਹੜੀਆਂ ਲਾਸ਼ਾਂ ਹੈ ਨਾ ਇਹਦਾ ਅਸੀਂ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੈ, ਇਸ ਕਰਕੇ ਅਸੀਂ ਇੱਕ ਰਿਕਾਰਡ ਬਣਾ ਰਹੇ ਹਾਂ ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਕਿਸ ਬੰਦੇ ਦੀ ਲਾਸ਼ ਆ, ਉਹਦਾ ਨਾਂ ਲਿਖਿਆ ਸੀ ਔਰ ਈਵਨ ਉਹਦਾ ਪਿੰਡ ਵੀ ਲਿਖਿਆ ਸੀ, ਉਹਦੀ ਅਪਰੋਕਸੀਮੇਟਲੀ ਏਜ ਲਿਖੀ ਸੀਗੀ। ਜਦੋਂ ਅਸੀਂ ਕਿਹਾ ਕਿ ਸਾਨੂੰ ਤਾਂ ਹਿਸਾਬ ਚਾਹੀਦਾ ਹੈ ਤਾਂ ਉਹਨਾਂ ਸਾਨੂੰ ਕਿਹਾ ਕਿ ਇੱਕ ਥਾਂ ਤੋਂ ਹਿਸਾਬ ਮਿਲ ਸਕਦਾ ਹੈ। ਲਾਸ਼ਾਂ ਸਾਨੂੰ ਪੁਲਿਸ ਦਿੰਦੀ ਸੀ ਤੇ ਬਾਲਣ ਸਾਨੂੰ ਮਿਊਨਿਸਪਲ ਕਮੇਟੀ ਦਿੰਦੀ ਸੀ। ਇਹ ਬੜੀ ਵੱਡੀ ਗੱਲ ਸੀਗੀ। ਇੱਕ ਲਾਸ਼ਾਂ ਲੱਕੜਾਂ ਲੈਣ ਦੀ ਖਾਤਰ ਤੁਸੀਂ ਐਡੀ ਵੱਡੀ ਜਿਹੜੀ ਇਨਫੋਰਮੇਸ਼ਨ ਲਿਖ ਰਹੇ ਹੋ ਔਰ ਨਾਲ ਤੁਸੀਂ ਲਿਖ ਰਹੇ ਹੋ ਕਿ ਇਹ ਜਿਹੜੀਆਂ ਲਾਸ਼ਾਂ ਇਹ ਲਾਵਾਰਸ ਹੈ। ਪਰ ਇਹਨਾਂ ਨੇ ਉਹ ਫੋਟੋਸਟੇਟ ਕਰਾ ਲਿਆ ਸਾਰਾ ਰਿਕਾਰਡ ਔਰ ਪ੍ਰੈਸ ਦੇ ਵਿੱਚ ਇਹ ਦੱਸਣਾ ਸ਼ੁਰੂ ਕਰਤਾ ਕਿ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਨਹੀਂ ਲੱਭਦੇ ਤੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਇਸ ਤਰ੍ਹਾਂ ਚੋਰੀ ਸ਼ਮਸ਼ਾਨ ਘਾਟਾਂ ਦੇ ਵਿੱਚ ਹੋ ਚੁੱਕਾ ਹੈ। ਤੇ ਜਸਵੰਤ ਸਿੰਘ ਸੀਨ ਤੇ ਆ ਗਏ, ਸਾਹਮਣੇ ਆ ਗਏ ਲੋਕਾਂ ਦੇ ਔਰ ਲੋਕ ਅਪਰੋਚ ਕਰਨਾ ਸ਼ੁਰੂ ਕਰਤਾ ਇਹਨਾਂ ਨੂੰ। ਨੌਜਵਾਨ ਜਿਹੜੇ ਸੀਗੇ ਘਰਦਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਬਾਹਰ ਚਲੇ ਗਏ ਨੇ ਔਰ ਘਰ ਦੇ ਲੱਭਦੇ ਪਏ। ਨਹੀਂ ਉਹਨਾਂ ਨੇ ਪ੍ਰੈਸ 'ਚ ਇਹ ਸਾਡੇ ਕੋਲੇ ਪ੍ਰੈਸ ਨੋਟ ਵੀ ਹੈਗਾ KPS ਵੈਲ ਦਾ, ਉਹਨੇ ਕਿਹਾ ਵੀ ਇਹ ਉਹ ਬੰਦੇ ਨਹੀਂ ਗੇ ਜਿਨ੍ਹਾਂ ਦੀ ਜਸਵੰਤ ਸਿੰਘ ਗੱਲ ਕਰਦਾ, ਉਹ ਤੇ ਵਿਦੇਸ਼ਾਂ 'ਚ ਜਾ ਕੇ ਦਿਹਾੜੀਆਂ ਕਰਦੇ ਆ। ਇਹਨਾਂ ਨੇ ਫਿਰ KPS ਗੱਲ ਨੂੰ ਚੈਲੰਜ ਕੀਤਾ ਵੀ ਜੇ ਤੈਨੂੰ ਲੱਗਦਾ ਮੈਂ ਗਲਤ ਹਾਂ ਤੇ ਮੇਰੇ ਨਾਲ ਟੇਬਲ ਟਾਕ ਕਰ। ਤਾਂ ਫਿਰ ਉਹਨਾਂ ਨੇ ਪਹਿਲਾਂ ਤਾਂ ਇੰਨਾ ਬੌਦਰ ਨਹੀਂ ਕੀਤਾ ਪਰ ਜਸਵੰਤ ਸਿੰਘ ਨੇ ਵੀ ਇਹ ਸੋਚ ਲਿਆ ਕਿ ਜੇ ਮੈਂ ਇੱਥੇ ਗੱਲ ਕੀਤੀ, ਪ੍ਰੈਸ 'ਚ ਵੀ ਗਿਆ ਤਾਂ ਵੀ ਇਹਨਾਂ ਨੇ ਮੈਨੂੰ ਉਹਨਾਂ ਵਾਂਗੂ ਹੀ ਲਾਵਾਰਸ ਕਰ ਦੇਣਾ। ਤੇ ਬਾਏ ਚਾਂਸ ਕੈਨੇਡਾ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ, ਉਹਦੇ ਵਿੱਚ ਜਸਵੰਤ ਸਿੰਘ ਨੇ ਜਾ ਕੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਹ ਰਿਕਾਰਡ ਜਮ੍ਹਾਂ ਕਰਾਇਆ। ਉਹਨਾਂ ਨੇ ਫਿਰ ਸਾਨੂੰ ਤੰਗ ਕਰਨਾ ਕਹੋ ਜਾਂ ਇਹੋ ਜਿਹਾ ਐਕਸ਼ਨ ਕੋਈ ਉਹਨਾਂ ਨੇ ਨਹੀਂ ਕੀਤਾ ਵੀ ਜਿਹਦੇ ਨਾਲ ਉਹਨਾਂ ਦੀ ਵਿਪਤਾ ਹੋਰ ਵੱਧਦੀ ਹੋਵੇ। ਇਹ ਬਹੁਤ ਵੱਡਾ ਔਰ ਕੌੜਾ ਸੱਚ ਹੈ। ਇਹ ਅੱਜ ਵੀ ਸਾਨੂੰ ਇਸ ਗੱਲ ਦੀ ਲੋੜ ਹੈ ਕਿ ਕੋਈ ਜਿਹੜੀ ਨਿਰਪੱਖ ਏਜੰਸੀ ਹੈ ਉਹ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਤਾਂ ਲੋਕਾਂ ਦੇ ਜਿਹੜੇ ਕਲੇਜੇ 'ਚ ਠੰਡ ਪਊਗੀ। ਘਰੋਂ ਜਾਨੀ ਕਿ ਕਿੰਨੀ ਤਰੀਕ ਨੂੰ ਘਰੋਂ ਚੁੱਕਿਆ, ਉਦੋਂ ਤੁਸੀਂ ਕਿੱਥੇ ਮੌਜੂਦ ਸੀ? ਜਸਵੰਤ ਸਿੰਘ ਨੂੰ 6 ਸਤੰਬਰ 1995 ਨੂੰ ਐਸੇ ਘਰ 'ਚੋਂ ਚੱਕਿਆ ਤੇ ਮੈਂ ਉਸ ਵੇਲੇ ਯੂਨੀਵਰਸਿਟੀ ਜੌਬ ਕਰਦੀ ਸੀਗੀ ਤੇ ਮੈਂ ਜੌਬ ਤੇ ਜਾ ਚੁੱਕੀ ਸੀਗੀ। ਉਹ ਪਾਣੀ ਵਾਲੀ ਪਾਈਪ ਵੀ ਬੰਦ ਨਹੀਂ ਕਰ ਸਕੇ ਬਾਹਰ, ਕਿਉਂਕਿ ਉਹਨਾਂ ਨੂੰ ਮੌਕਾ ਮਿਲ ਹੀ ਇਹੋ ਜਿਹਾ ਮਿਲ ਗਿਆ। ਜੋ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਕੋਈ ਵੈਨ ਲੈ ਕੇ ਆਏ ਆ ਉਹਨਾਂ ਨੇ ਇਸ ਤਰ੍ਹਾਂ ਸ਼ੋਅ ਕੀਤਾ ਵੀ ਕੋਈ ਜਿਵੇਂ ਐਡਰੈਸ ਪੁੱਛ ਰਹੇ ਹੁੰਦੇ ਆ ਕਿਸੇ ਦਾ, ਤੇ ਜਦੋਂ ਉਹ ਨਿਉ ਕੇ ਵੇਖਣ ਲੱਗੇ, ਪੜ੍ਹਨ ਲੱਗੇ ਵੀ ਕਿਹਦਾ ਐਡਰੈਸ ਹੈ ਤੇ ਉਹਨਾਂ ਨੇ ਪਾ ਕੇ ਬੁਲਾਵਾਂ ਤੇ ਗੱਡੀ ਵਿੱਚ ਲੈ ਗਏ। ਲਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਵੀ ਲਵਾਰਿਸ ਕਰ ਦਿੱਤਾ। ਗੱਲਾਂ ਤਾਂ ਮੈਂ ਸਮਝਦੀ ਸੀ ਸਾਰੀਆਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਉਸ ਵੇਲੇ ਇਹ ਲੱਗਦਾ ਸੀ ਵੀ ਜਸਵੰਤ ਸਿੰਘ ਠੀਕ ਕੰਮ ਕਰ ਰਿਹਾ। ਇਹ ਨਹੀਂ ਮੈਂ ਕਦੇ ਸੋਚ ਸਕੀ ਵੀ ਉਹਨਾਂ ਦੀ ਜਾਨ ਨੂੰ ਵੀ ਐਡਾ ਵੱਡਾ ਖਤਰਾ ਹੋ ਸਕਦਾ। ਸਤੰਬਰ ਇਹ ਦਿਨ ਆਉਂਦਿਆਂ ਹੀ ਜਸਵੰਤ ਸਿੰਘ ਖਾਲੜਾ ਜੋ ਕਿ ਮਨੁੱਖੀ ਹੱਕਾਂ ਦੇ ਰਾਖੇ ਨੇ ਉਹਨਾਂ ਦੀ ਯਾਦ ਆਉਂਦੀ ਹੈ। ਕਾਰਨ ਕੀ ਸੀ? ਬੜਾ ਕੁਝ ਉਹਨਾਂ ਨੇ ਆਮ ਲੋਕਾਂ ਦੇ ਸਾਹਮਣੇ ਲਿਆ ਕੇ ਰੱਖਿਆ, ਸਰਕਾਰਾਂ ਦੇ ਸਾਹਮਣੇ ਲਿਆ ਕੇ ਰੱਖਿਆ, ਕੈਨੇਡਾ ਦੀ ਸਰਕਾਰ ਦੇ ਸਾਹਮਣੇ ਲਿਆ ਕੇ ਰੱਖਿਆ ਕਿ ਇਸ ਸਮੇਂ ਦੇ ਦੌਰਾਨ 1984 ਤੋਂ ਲੈ ਕੇ ਅਗਲੇ ਦਹਾਕੇ ਦੇ ਵਿੱਚ ਪੰਜਾਬ ਵਿੱਚ ਕੀ ਕੁਝ ਵਾਪਰਿਆ ਹੈ
ਔਰ ਕਿੰਨਾ ਜਿਹੜਾ ਮਨੁੱਖੀ ਘਾਣ ਹੈ ਉਹ ਹੋਇਆ ਹੈ, ਜਿਸ ਕਾਰਨ 6 ਸਤੰਬਰ ਨੂੰ ਉਹਨਾਂ ਨਾਲ ਵੀ ਇੱਕ ਵੱਡੀ ਅਣਹੋਣੀ ਵਾਪਰ ਗਈ। ਉਹਨਾਂ ਦੇ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਸਾਡੇ ਨਾਲ ਮੌਜੂਦ ਨੇ। 6 ਸਤੰਬਰ ਨੂੰ ਜਿੱਥੇ ਅਸੀਂ ਯਾਦ ਕਰ ਰਹੇ ਹਾਂ ਤਾਂ ਅਸੀਂ ਉਹਨਾਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਲਵਾਂਗੇ ਕਿ ਕਿਸ ਪ੍ਰਕਾਰ ਜਸਵੰਤ ਸਿੰਘ ਖਾਲੜਾ ਜੀ ਇਸ ਪਾਸੇ ਨੂੰ ਤੁਰਦੇ ਨੇ ਔਰ ਕਿੱਥੋਂ ਤੱਕ ਜਿਹੜਾ ਆ ਉਹ ਇਸ ਸੰਘਰਸ਼ ਵਿੱਚ ਕੁੱਦ ਕੇ ਕਿ ਮੈਨੂੰ ਹਰ ਬੰਦੇ ਦੀ ਜਿਹੜੀ ਜਾਣਕਾਰੀ ਹੈ ਉਹ ਚਾਹੀਦੀ ਹੈ ਔਰ ਕਿਹੜੇ-ਕਿਹੜੇ ਜ਼ਿਲ੍ਹੇ ਦੇ ਨੌਜਵਾਨਾਂ ਦੀ ਜਾਣਕਾਰੀ ਉਹਨਾਂ ਨੇ ਇਕੱਤਰ ਕੀਤੀ। ਬੀਬੀ ਜੀ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੀਬੀ ਜੀ, 6 ਸਤੰਬਰ ਦਾ ਦਿਨ ਹੈ ਔਰ ਇਸ ਦਿਨ ਜੋ ਭਿਆਨਕ ਘਟਨਾ ਵਾਪਰੀ ਉਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਪਰ ਜਿਹੜਾ ਜਸਵੰਤ ਸਿੰਘ ਖਾਲੜਾ ਜੀ ਨੇ ਆਪਣੇ ਜਿਉਂਦੇ ਜੀ ਕੰਮ ਕਰ ਦਿੱਤਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਹ ਚੀਜ਼ ਅਨਾਉਂਸ ਕਰ ਦਿੱਤੀ ਸੀ ਕਿ ਮੈਨੂੰ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਹੈ। ਕਿੱਦਾਂ ਉਸ ਚੀਜ਼ ਦੀ ਸ਼ੁਰੂਆਤ ਹੋਈ, ਕਿੱਥੋਂ ਉਹ ਲੱਗੇ ਨੌਜਵਾਨਾਂ ਦੀ ਭਾਲ ਵਿੱਚ, ਡਾਟਾ ਕਲੈਕਟ ਕਿੱਦਾਂ ਕੀਤਾ ਉਹਨਾਂ ਨੇ? ਸਰਦਾਰ ਜਸਵੰਤ ਸਿੰਘ ਇੱਕ ਚੇਤਨ ਜਿਵੇਂ ਵਿਅਕਤੀ ਹੁੰਦਾ ਹੈ, ਇਸ ਤਰ੍ਹਾਂ ਸੀਗਾ। ਉਹਨਾਂ ਦੀ ਜਿਹੜੀ ਨਜ਼ਰ ਸੀਗੀ ਉਸ ਵੇਲੇ ਦੇ ਹਾਲਾਤਾਂ ਦੇ ਉੱਤੇ ਬੜੀ ਚੰਗੀ ਤਰ੍ਹਾਂ ਉਹ ਵਾਚ ਰਹੇ ਸੀਗੇ ਉਸ ਵੇਲੇ, ਕਿਉਂਕਿ ਸਾਡੇ ਇਲਾਕੇ ਦੇ ਵਿੱਚ ਮਾਝੇ ਦੇ ਵਿੱਚ ਬਹੁਤ ਜਿਹੜੇ ਨੌਜਵਾਨ ਸੀਗੇ ਉਹ ਗੁੰਮ ਹੋ ਰਹੇ ਸੀਗੇ, ਡਿਸਪੀਅਰ ਹੋ ਰਹੇ ਸੀਗੇ ਅਤੇ ਪਰਿਵਾਰ ਜਿਹੜੇ ਉਹ ਲੱਭਦੇ ਫਿਰਦੇ ਸੀਗੇ। ਜਿਹੜੇ ਇਹ ਕੁਛ ਮੋਹਰੀ ਲੋਕ ਹੁੰਦੇ ਆ ਸਮਾਜ ਦੇ, ਉਹਨਾਂ ਨੂੰ ਸਾਰਿਆਂ ਨੂੰ ਚਿੰਤਾ ਤਾਂ ਸੀ ਇਸ ਗੱਲ ਦੀ, ਬੁੱਧੀਜੀਵੀਆਂ ਨੂੰ ਵੀ ਅਤੇ ਹੋਰ ਬੜੇ ਲੋਕਾਂ ਨੂੰ, ਪੱਤਰਕਾਰਾਂ ਨੂੰ, ਸਾਰਿਆਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ। ਪਰ ਕੁਦਰਤ ਦੀ ਇੱਕ ਆਪਾਂ ਕਹਿ ਸਕਦੇ ਹਾਂ ਕਿਰਪਾ ਹੁੰਦੀ ਹੈ ਕਿਸੇ ਬੰਦੇ 'ਤੇ, ਜੀ ਤੋਂ ਵੀ ਉਹਨੇ ਇਹ ਕੰਮ ਕਰਾਉਣਾ ਹੋਵੇ, ਉਹਦੀ ਵੀ ਫਿਰ ਪਰਮਾਤਮਾ ਕੋਈ ਡਿਊਟੀ ਲਾ ਦਿੰਦਾ। ਤਾਂ ਇਸੇ ਤਰ੍ਹਾਂ ਸਰਦਾਰ ਜਸਵੰਤ ਸਿੰਘ ਵੀ ਇਸ ਚੀਜ਼ ਨੂੰ ਵਾਚ ਰਹੇ ਸੀਗੇ ਅਤੇ ਲੋਕ ਇਹਨਾਂ ਕੋਲੋਂ ਵੀ ਪੁੱਛਦੇ ਸੀਗੇ ਕਿ ਸਾਡਾ ਬੱਚਾ ਪੁਲਿਸ ਲੈ ਗਈ ਹੈ ਪਰ ਪਤਾ ਨਹੀਂ ਲੱਗ ਰਿਹਾ ਵੀ ਉਹ ਕਿਹਦੇ ਕੋਲੇ ਹੈ, ਉਹ ਹੈ ਜਾਂ ਨਹੀਂ ਹੈ। ਅਤੇ ਬਾਏ ਚਾਂਸ ਮੌਕਾ ਮੇਲ ਇਹ ਬਣਦਾ ਹੈ ਕਿ ਜਸਵੰਤ ਸਿੰਘ ਦੇ 2 ਕਲੀਗ ਇਹ ਉਸ ਵੇਲੇ 90 ਤੋਂ ਲੈ ਕੇ ਕੋਆਪਰੇਟਿਵ ਬੈਂਕ ਦੇ ਵਿੱਚ ਡਾਇਰੈਕਟਰ ਸੀਗੇ। ਅਤੇ ਉਹ ਵੱਡੀ ਗੱਲ ਇਹ ਹੋਈ ਕਿ ਉਸ ਵੇਲੇ ਦੇ 2 ਡਾਇਰੈਕਟਰ ਵੀ ਗਾਇਬ ਹੋ ਗਏ ਔਰ ਉਹਨਾਂ ਦੇ ਘਰ ਦੇ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੱਭਦੇ ਫਿਰਦੇ ਸੀ ਅਤੇ ਜਸਵੰਤ ਸਿੰਘ ਉਹਨਾਂ ਦੀ ਮਦਦ ਕਰ ਰਹੇ ਸੀ ਉਸ ਵੇਲੇ। ਬਾਬਾ ਪਿਆਰਾ ਸਿੰਘ ਹਰਮਿੰਦਰ ਸਿੰਘ ਦੇ ਸੁਲਤਾਨਵਿੰਡ ਦੇ ਚਾਚਾ ਜੀ ਅਤੇ ਅਮਰੀਕ ਸਿੰਘ ਮੱਤੇਵਾਲ ਦਾ ਭਰਾ ਜਿਹੜਾ ਸੀਤਲ ਸਿੰਘ ਮੱਤੇਵਾਲ, ਉਹ 2 ਜਦੋਂ ਗਾਇਬ ਹੋਏ ਅਤੇ ਜਸਵੰਤ ਸਿੰਘ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਇਆ। ਜਦੋਂ ਬਾਬਾ ਪਿਆਰਾ ਸਿੰਘ ਦੀ ਲਾਸ਼ ਜਿਹੜੀ ਉਹਨੂੰ ਲੱਭਣ ਵਾਸਤੇ ਇਹ ਦਰਗਿਆਨਾ ਮੰਦਰ ਸ਼ਮਸ਼ਾਨ ਘਾਟ ਦੇ ਵਿੱਚ ਜਾਂਦੇ ਆ ਔਰ ਉੱਥੇ ਕੀ ਵੇਖਦੇ ਆ ਕਿ ਬਾਬਾ ਪਿਆਰਾ ਸਿੰਘ ਦੀ ਲਾਸ਼ ਤਾਂ ਹੈ ਹੀ ਸੀ ਉੱਥੇ, ਕਿਉਂਕਿ ਉਹਨਾਂ ਦੇ ਘਰਦਿਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਕੱਲ੍ਹ ਸੰਸਕਾਰ ਹੈ ਜਿਹੜਾ ਉਹ ਇੱਥੇ ਦਰਗਿਆਨਾ ਮੰਦਰ 'ਚ ਸਾਡੇ ਬਜ਼ੁਰਗਾਂ ਦਾ ਹੋਇਆ। ਅਤੇ ਜਸਵੰਤ ਸਿੰਘ ਨੇ ਜਦੋਂ ਉੱਥੇ ਕੋਸ਼ਿਸ਼ ਕੀਤੀ ਪਤਾ ਕਰਨ ਦੀ, ਤਾਂ ਜਿਹੜੇ ਉੱਥੇ ਮੁਲਾਜ਼ਮ ਕੰਮ ਕਰਦੇ ਸੀਗੇ ਉਹਨਾਂ ਨੇ ਦੱਸਿਆ ਕਿ ਇੱਥੇ ਤਾਂ ਰੋਜ਼ ਟਰੱਕ ਭਰ ਕੇ ਲਾਸ਼ਾਂ ਦਾ ਆਉਂਦਾ ਅਤੇ ਪਰ ਸਾਨੂੰ ਨਹੀਂ ਪਤਾ ਕਿਹਦੀਆਂ ਲਾਸ਼ਾਂ ਹੈ ਅਤੇ ਕੀ ਇਹ ਚੱਕਰ ਹੈ। ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਉਹਨਾਂ ਨੇ ਦੱਸਿਆ, ਪਰ ਕਿਸੇ ਨੇ ਵਿੱਚੋਂ ਉਸ ਮੁਲਾਜ਼ਮ ਨੇ ਕਿਸੇ ਨੇ ਕਿਹਾ ਵੀ ਇਹ ਜਿਹੜੀਆਂ ਲਾਸ਼ਾਂ ਹੈ ਨਾ, ਇਹਦਾ ਅਸੀਂ ਕਾਰਪੋਰੇਸ਼ਨ ਤੋਂ ਲੱਕੜ ਲੈਣੀ ਹੈ, ਇਸ ਕਰਕੇ ਅਸੀਂ ਇੱਕ ਰਿਕਾਰਡ ਬਣਾ ਰਹੇ ਹਾਂ। ਲੱਕੜ ਲੈਣ ਦੇ ਲਈ ਲਾਸ਼ ਦਾ ਰਿਕਾਰਡ ਬਣਾਇਆ ਇਹਨਾਂ ਨੇ, ਜਿਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਕਿਸ ਬੰਦੇ ਦੀ ਲਾਸ਼ ਆ, ਉਹਦਾ ਨਾਂ ਲਿਖਿਆ ਸੀ ਔਰ ਈਵਨ ਉਹਦਾ ਪਿੰਡ ਵੀ ਲਿਖਿਆ ਸੀ, ਉਹਦੀ ਅਪਰੋਕਸੀਮੇਟਲੀ ਏਜ ਲਿਖੀ ਸੀਗੀ ਅਤੇ ਸਾਰਾ ਕੁਝ ਲਿਖਿਆ ਸੀਗਾ। ਅਤੇ ਨਾਲ ਇਹ ਵੀ ਲਿਖਿਆ ਸੀਗਾ ਕਿਹੜਾ ਥਾਣੇਦਾਰ ਲਾਸ਼ ਲੈ ਕੇ ਆਇਆ। ਇਹ ਬੜੀ ਵੱਡੀ ਗੱਲ ਸੀਗੀ। ਇੱਕ ਲਾਸ਼ਾਂ ਲੱਕੜਾਂ ਲੈਣ ਦੀ ਖਾਤਰ ਤੁਸੀਂ ਐਡੀ ਵੱਡੀ ਜਿਹੜੀ ਇਨਫੋਰਮੇਸ਼ਨ ਲਿਖ ਰਹੇ ਹੋ ਔਰ ਨਾਲ ਤੁਸੀਂ ਲਿਖ ਰਹੇ ਹੋ ਕਿ ਇਹ ਜਿਹੜੀਆਂ ਲਾਸ਼ਾਂ ਇਹ ਲਾਵਾਰਸ ਹੈ। ਮੈਨੂੰ ਲੱਗਦਾ ਇਹ ਜਿਹੜਾ ਸ਼ਬਦ ਹੈ ਲਾਵਾਰਸ, ਇਹ ਸਾਡੇ ਯੋਧਿਆਂ ਲਈ ਵਰਤਿਆ ਗਿਆ ਜਿਨ੍ਹਾਂ ਨੇ ਇੰਨੀ ਵੱਡੀਆਂ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੂੰ ਨਜਾਇਜ਼ ਇਹਨਾਂ ਨੇ ਘਰਾਂ ਤੋਂ ਚੱਕ ਕੇ ਮਾਰਿਆ ਔਰ ਉਹਨਾਂ ਨੂੰ ਇਹਨਾਂ ਨੇ ਕੌਮ ਦੇ ਲਾਵਾਰਸ ਹੀ ਬਣਾਤਾ, ਘਰਦਿਆਂ ਦੇ ਤਾਂ ਬਣਾਇਆ ਹੀ ਬਣਾਇਆ। ਅਤੇ ਉਹ ਜਸਵੰਤ ਸਿੰਘ ਨੂੰ ਇੱਕ ਕਲੂ ਮਿਲ ਗਿਆ ਉੱਥੋਂ
ਉਸ ਕਲੂ ਦੇ ਆਧਾਰ ਤੇ ਇਹਨਾਂ ਨੇ ਉਹ 3 ਸ਼ਮਸ਼ਾਨ ਘਾਟਾਂ ਦੀ ਰਿਕਾਰਡ ਹੈ ਜਿਹੜੇ ਉਹ ਆਪਣੇ ਕਾਬੂ ਵਿੱਚ ਕਰ ਲਏ। ਉਹਨਾਂ ਮੁਲਾਜ਼ਮਾਂ ਤੋਂ ਰਿਕਾਰਡ ਲੈ ਲਿਆ ਔਰ ਉਹਦਾ ਫੋਟੋਸਟੇਟ ਕਰਾ ਲਿਆ। ਜੋ ਵੀ ਉਹਨਾਂ ਦਾ ਰਿਕਾਰਡ ਸੀ, ਰਜਿਸਟਰ ਤਾਂ ਉਹਨਾਂ ਨੇ ਦੇਣੇ ਨਹੀਂ ਸੀਗੇ, ਪਰ ਇਹਨਾਂ ਨੇ ਉਹ ਫੋਟੋਸਟੇਟ ਕਰਾ ਲਿਆ ਸਾਰਾ ਰਿਕਾਰਡ ਔਰ ਪ੍ਰੈਸ ਦੇ ਵਿੱਚ ਇਹ ਦੱਸਣਾ ਸ਼ੁਰੂ ਕਰਤਾ ਕਿ ਜਿਨ੍ਹਾਂ ਦੇ ਬੱਚੇ ਇਸ ਤਰ੍ਹਾਂ ਨਹੀਂ ਲੱਭਦੇ ਤੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਇਸ ਤਰ੍ਹਾਂ ਚੋਰੀ ਸ਼ਮਸ਼ਾਨ ਘਾਟਾਂ ਦੇ ਵਿੱਚ ਹੋ ਚੁੱਕਾ ਹੈ। ਤੇ ਉਹ ਇੱਕ ਵਾਰੀ ਤਰਸੱਲੀ ਮੱਚ ਗਈ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਨਹੀਂ ਸੀ ਲੱਭ ਰਹੇ। ਤੇ ਜਸਵੰਤ ਸਿੰਘ ਸੀਨ ਤੇ ਆ ਗਏ, ਸਾਹਮਣੇ ਆ ਗਏ ਲੋਕਾਂ ਦੇ ਔਰ ਲੋਕ ਅਪਰੋਚ ਕਰਨਾ ਸ਼ੁਰੂ ਕਰਤਾ ਇਹਨਾਂ ਨੂੰ। ਤੇ ਪਹਿਲਾਂ ਤਾਂ ਇਹਨਾਂ ਨੇ ਕੋਈ ਐਡਾ ਗੌਲਿਆ ਨਹੀਂ ਹੈ ਵੀ ਕੌਣ ਬੰਦਾ ਹੈ, ਕੀ ਸੋਚਦਾ ਹੈ, ਕੀ ਕਰਦਾ ਹੈ, ਪਰ ਇਹਨਾਂ ਨੇ ਪ੍ਰੈਸ ਦੇ ਵਿੱਚ ਆਪਣਾ ਬਿਆਨ ਜਾਰੀ ਰੱਖਿਆ। ਤੇ KPS ਗਿੱਲ ਬਰਾਬਰ ਮੀਟਿੰਗਾਂ ਕਰਦਾ ਰਿਹਾ। KPS ਗਿੱਲ ਨੇ ਇੱਥੋਂ ਤੱਕ ਅੰਮ੍ਰਿਤਸਰ 'ਚ ਆ ਕੇ ਪ੍ਰੈਸ ਮੀਟਿੰਗ ਕੀਤੀ ਔਰ ਕਿਹਾ ਵੀ ਇਹ ਬੰਦਾ ਝੂਠ ਮਾਰਦਾ ਹੈ। ਜਿਹੜੀਆਂ ਲਾਸ਼ਾਂ ਦੀ ਇਹ ਗੱਲ ਕਰਦਾ ਹੈ ਵੀ ਇਹ ਲਾਵਾਰਸ ਹੈਗੀਆਂ, ਉਹ ਕਹਿੰਦਾ ਇਹ ਉਹਨਾਂ ਮੁੰਡਿਆਂ ਦੀਆਂ ਨਹੀਂ ਹੈ ਜਿਨ੍ਹਾਂ ਦੀ ਇਹ ਗੱਲ ਕਰਦਾ ਹੈ। ਉਹ ਤਾਂ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਤੇ ਇਹ ਤਾਂ ਜਾਂ ਬੈਗਰਸ ਹੈ ਤੇ ਜਾਂ ਫਿਰ ਬੰਗਲਾਦੇਸ਼ੀ ਹੈ। ਨੌਜਵਾਨ ਜਿਹੜੇ ਸੀਗੇ ਘਰਦਿਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਬਾਹਰ ਚਲੇ ਗਏ ਨੇ ਔਰ ਘਰ ਦੇ ਲੱਭਦੇ ਫਿਰਦੇ। ਨਹੀਂ ਉਹਨਾਂ ਨੇ ਪ੍ਰੈਸ 'ਚ ਇਹ ਸਾਡੇ ਕੋਲੇ ਪ੍ਰੈਸ ਨੋਟ ਵੀ ਹੈਗਾ KPS ਬੈਲ ਦਾ। ਉਹਨੇ ਕਿਹਾ ਵੀ ਇਹ ਉਹ ਬੰਦੇ ਨਹੀਂ ਗੇ ਜਿਨ੍ਹਾਂ ਦੀ ਜਸਵੰਤ ਸਿੰਘ ਗੱਲ ਕਰਦਾ, ਉਹ ਤੇ ਵਿਦੇਸ਼ਾਂ 'ਚ ਜਾ ਕੇ ਦਿਹਾੜੀਆਂ ਕਰਦੇ ਆ। ਤੇ ਇਹ ਇੱਕ ਬੜਾ ਵੱਡਾ ਚੈਲੰਜ ਸੀਗਾ ਜਸਵੰਤ ਸਿੰਘ ਲਈ ਸ਼ੋਅ ਕਰਨਾ ਵੀ ਨਹੀਂ। ਇਹਨਾਂ ਨੇ ਫਿਰ KPS ਗੱਲ ਨੂੰ ਚੈਲੰਜ ਕੀਤਾ ਵੀ ਜੇ ਤੈਨੂੰ ਲੱਗਦਾ ਮੈਂ ਗਲਤ ਹਾਂ ਤੇ ਮੇਰੇ ਨਾਲ ਟੇਬਲ ਟਾਕ ਕਰ ਤੇ ਮੇਰੇ ਕੋਲੇ ਸਬੂਤ ਆ ਤੇ ਮੈਂ ਤੈਨੂੰ ਦੱਸੂਗਾ ਵੀ ਇਹ ਕਹਾਣੀ ਕੀ ਹੈ। ਤਾਂ ਫਿਰ ਉਹਨਾਂ ਨੇ ਪਹਿਲਾਂ ਤਾਂ ਇੰਨਾ ਬੌਦਰ ਨਹੀਂ ਕੀਤਾ, ਪਰ ਜਸਵੰਤ ਸਿੰਘ ਨੇ ਵੀ ਇਹ ਸੋਚ ਲਿਆ ਕਿ ਜੇ ਮੈਂ ਇੱਥੇ ਗੱਲ ਕੀਤੀ, ਪ੍ਰੈਸ 'ਚ ਵੀ ਗਿਆ, ਤਾਂ ਵੀ ਇਹਨਾਂ ਨੇ ਮੈਨੂੰ ਉਹਨਾਂ ਵਾਂਗੂ ਹੀ ਲਾਵਾਰਸ ਕਰ ਦੇਣਾ। ਤੇ ਇਸ ਲਈ ਮੈਨੂੰ ਜਿਹੜੀ ਇਹ ਗੱਲ ਹੈ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤੇ ਇਹ ਤਾਂ ਬਹੁਤ ਵੱਡੀ ਗੱਲ ਹੈ। ਇਹਨਾਂ ਨੇ ਉਸ ਵੇਲੇ ਪਹਿਲਾਂ ਤਾਂ ਇਹਨਾਂ ਨੇ ਮਨੀਲਾ ਦੇ ਵਿੱਚ ਇੱਕ ਸੀਗੀ ਕਾਨਫਰੰਸ ਸੀਗੀ ਹਿਊਮਨ ਰਾਈਟਸ ਦੀ, ਤੇ ਉੱਥੇ ਜਾ ਕੇ ਇਹ ਰਿਕਾਰਡ ਦਿੱਤਾ। ਤੇ ਫਿਰ ਵੀ ਇਹਨਾਂ ਨੂੰ ਲੱਗਿਆ ਵੀ ਇਹਨੂੰ ਹੋਰ ਵੀ ਵਰਲਡ ਵਾਈਡ ਰਿਪੋਰਟ ਨੂੰ ਕਰਨਾ ਚਾਹੀਦਾ। ਤੇ ਬਾਏ ਚਾਂਸ ਕੈਨੇਡਾ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਗਿਆ ਸਿਰਫ ਇਸੇ ਕੰਮ ਲਈ। ਤੇ ਉੱਥੋਂ ਦੀ ਜਿਹੜੀ MP ਸੀਗੀ ਹਿਊਮਨ ਰਾਈਟਸ ਵਾਲੀ, ਤੇ ਉਹਦੇ ਸੱਦੇ ਤੇ ਜਸਵੰਤ ਸਿੰਘ ਕੈਨੇਡਾ ਗਏ। ਆਰਗੇਨਾਈਜ਼ ਵੀ ਉਹਨਾਂ ਵੱਲੋਂ ਕੀਤਾ ਗਿਆ ਸੀਗਾ ਔਰ ਸਪੈਸ਼ਲੀ ਇਸੇ ਲਈ ਉਹ ਇੱਕ ਸੈਮੀਨਾਰ ਰੱਖਿਆ ਗਿਆ ਤੇ ਉਹਦੇ ਵਿੱਚ ਜਸਵੰਤ ਸਿੰਘ ਨੇ ਜਾ ਕੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਇਹ ਰਿਕਾਰਡ ਜਮ੍ਹਾਂ ਕਰਾਇਆ। ਔਰ ਗੁਰੂ ਘਰਾਂ ਦੇ ਵਿੱਚ ਵੀ ਅਸੀਂ ਜੇ ਲੋਕਾਂ ਨੇ ਜਾਣਾ ਹੁੰਦਾ ਤੇ ਗੁਰੂ ਘਰ ਵੀ ਜਾਣਾ ਹੁੰਦਾ, ਤੇ ਇਹਨਾਂ ਨੇ ਡੈਕਸੀ ਗੁਰਦੁਆਰੇ ਦੇ ਵਿੱਚ ਇੱਕ 40 ਮਿੰਟ ਦੀ ਸਪੀਚ ਹੈ ਜਿਹੜੀ ਕਿ ਸਾਰੇ ਲੋਕਾਂ ਨੇ ਸੁਣੀ ਹੋਈ ਹੈ। ਤੇ ਉਹਦੇ ਵਿੱਚ ਸਾਰਾ ਪਬਲਿਕਲੀ ਪ੍ਰੈਸ ਦੇ ਵਿੱਚ ਸਪਸ਼ਟ ਕਰਤਾ, ਕਿਉਂਕਿ ਜੇ ਤੁਸੀਂ ਕੋਰਟਾਂ 'ਚ ਜਾਂਦੇ ਹੋ ਕਿਸੇ ਨੂੰ ਪਤਾ ਲੱਗਦਾ ਕਿਸੇ ਨੂੰ ਨਹੀਂ ਲੱਗਦਾ, ਪਰ ਉਹ ਗੁਰੂ ਘਰ ਦੇ ਵਿੱਚ ਜਿਹੜੀ ਉਹ ਸਪੀਚ ਹੈ ਉਹ ਇੱਕ ਇਤਿਹਾਸਕ ਦਸਤਾਵੇਜ਼ ਬਣ ਗਿਆ ਅੱਜ ਦੀ ਡੇਟ ਦੇ ਵਿੱਚ। ਕਹਿੰਦੇ ਆ ਵੀ ਜੇ ਜਸਵੰਤ ਸਿੰਘ ਉਹ ਸਪੀਚ ਨਾ ਹੁੰਦੀ ਤੇ ਕਿਸੇ ਨੇ ਸੱਚ ਨਹੀਂ ਸੀ ਮੰਨਣਾ ਵੀ ਜਸਵੰਤ ਸਿੰਘ ਕੀ ਕੰਮ ਕਰਦਾ ਸੀਗਾ, ਕਿਉਂਕਿ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਉਹ ਕੁਝ ਬਿਆਨ ਕਰਤਾ ਜੋ ਉਹਦੇ ਨਾਲ ਬਾਅਦ 'ਚ ਵਾਪਰਿਆ। ਜੋ ਜਸਵੰਤ ਸਿੰਘ ਪਹਿਲਾਂ ਹੀ ਕਿਹਾ ਸੀਗਾ, ਪਹਿਲਾਂ ਹੀ ਉਹਨਾਂ ਨੇ ਉਹ ਗੱਲ ਸਪਸ਼ਟ ਕਰਤੀ ਕਿ ਮੇਰੀ ਮੌਤ ਦੇ ਜ਼ਿੰਮੇਵਾਰ KPS ਗਿੱਲ ਤੇ ਬੇਅੰਤ ਸਿੰਘ ਹੋਣਗੇ, ਵੀ ਛੋਟੇ ਪੁਰਜਿਆਂ ਨੂੰ ਮੇਰੀ ਮੌਤ ਦੀ ਜ਼ਿੰਮੇਵਾਰੀ ਨਹੀਂ ਪਾਈ ਜਾਊਗੀ, ਕਿਉਂਕਿ ਇਹ ਕੰਮ ਹੈ ਜਿਹੜਾ ਇਹ ਉਤਲੇ ਲੈਵਲ ਦੀ ਕੌਨਸਪੀਰੇਸੀ ਨਾਲ ਹੋਇਆ, ਇਸ ਕਰਕੇ ਮੇਰੀ ਮੌਤ ਦੀ ਜ਼ਿੰਮੇਵਾਰ ਇਹ 2 ਬੰਦੇ ਹੀ ਹੋਣਗੇ। ਤੇ ਜੋ ਉਹਨਾਂ ਨੇ ਜੋ ਸਪੈਸੀਫਿਕ ਉਸ ਸਪੀਚ ਦੇ ਵਿੱਚ ਕਿਹਾ, ਉਹਨਾਂ ਨੇ ਕਿਹਾ ਵੀ ਮੈਂ ਸਭ ਤੋਂ ਪਹਿਲਾਂ ਕੋਰਟਾਂ ਵਿੱਚ ਜਾਊਂਗਾ, ਜੇ ਕੋਰਟਾਂ ਮੇਰੀ ਗੱਲ ਨਹੀਂ ਸੁਣਦੀਆਂ ਤਾਂ ਮੈਂ ਇਹਦੇ ਵਿੱਚ ਲੋਕ ਕਚਹਿਰੀ ਵਿੱਚ ਜਾਊਂਗਾ, ਮੈਂ ਲੋਕਾਂ ਨੂੰ ਦੱਸੂੰਗਾ ਸਿੱਖਾਂ ਨਾਲ ਆ ਹੋ ਰਿਹਾ, ਤੇ ਜੇ ਲੋਕ ਵੀ ਨਹੀਂ ਮੇਰੀ ਗੱਲ ਸੁਣਨਗੇ ਤੇ ਮੈਂ ਇਹ ਗੱਲ ਜਿਹੜੀ ਹੈ ਉਹ ਮੈਂ ਪਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦਊਂਗਾ। ਤੇ ਮੇਰਾ ਖਿਆਲ ਆ ਵੀ ਘਟਨਾਕ੍ਰਮ ਇਸੇ ਤਰ੍ਹਾਂ ਹੀ ਵਾਪਰਿਆ। ਜਸਵੰਤ ਸਿੰਘ ਨੇ ਸਭ ਤੋਂ ਪਹਿਲਾਂ ਕੋਰਟਾਂ ਅਪਰੋਚ ਕੀਤੀਆਂ, ਸੁਪਰੀਮ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਉਣ ਦੀ ਕੋਸ਼ਿਸ਼ ਕੀਤੀ,
ਪਰ ਸੁਪਰੀਮ ਕੋਰਟ ਨੇ ਇਹ ਕਹਿ ਕੇ ਡਿਨਾਈ ਕਰਤਾ ਕਿ ਤੂੰ ਹਾਈ ਕੋਰਟ ਤੈਨੂੰ ਜਾਣਾ ਚਾਹੀਦਾ, ਸੁਪਰੀਮ ਕੋਰਟ ਤੋਂ ਨਹੀਂ, ਹਾਈ ਕੋਰਟ ਤੋਂ ਸ਼ੁਰੂ ਕਰੋ, ਪੰਜਾਬ ਦਾ ਮਸਲਾ। ਹਾਈ ਕੋਰਟ ਦੇ ਵਿੱਚ ਗਏ ਤਾਂ ਹਾਈ ਕੋਰਟ ਨੇ 'ਚ ਵੀ ਪਟੀਸ਼ਨ ਪਾਈ। ਜਸਟਿਸ ਅਜੀਤ ਸਿੰਘ ਦੀ ਰਹਿਨੁਮਾਈ ਦੇ ਅੰਡਰ ਕੰਮ ਹੁੰਦਾ ਸੀ ਉਹਨਾਂ ਦਿਨਾਂ 'ਚ, ਤੇ ਉਹ ਪਟੀਸ਼ਨ ਪਾਈ ਗਈ ਤਾਂ ਉਹਨਾਂ ਨੂੰ ਕਿਹਾ ਗਿਆ ਕਿ ਇਹ ਪਬਲਿਕ ਲਿਟੀਗੇਸ਼ਨ ਨਹੀਂ ਹੈ, ਇਸ ਕਰਕੇ ਤੂੰ ਉਹ ਪਰਿਵਾਰ ਆਉਣ ਜਿਨ੍ਹਾਂ ਦੇ ਬੱਚੇ ਡਿਸਪੀਅਰ ਹੋਏ ਆ। ਤੇ ਜਸਵੰਤ ਸਿੰਘ ਨੇ ਇੰਨੀ ਮਤਲਬ ਸਿਰੜ ਦੇ ਨਾਲੇ ਕੰਮ ਕੀਤਾ ਕਿ ਉਹਨਾਂ ਪਰਿਵਾਰਾਂ ਨੂੰ ਤਿਆਰ ਕਰਕੇ ਲੈ ਗਏ ਚੰਡੀਗੜ੍ਹ, ਔਰ ਹਾਈ ਕੋਰਟ ਦੇ ਵਿੱਚ 40 ਰਿਟ ਪਟੀਸ਼ਨਾਂ ਪੈ ਗਈਆਂ ਬਾਏ ਨੇਮ। ਵੀ ਲੋਕਾਂ ਨੇ ਕਿਹਾ ਸਾਨੂੰ ਪਤਾ ਹੈ ਪੁਲਿਸ ਵਾਲੇ, ਪੁਲਿਸ ਵਾਲਾ, ਥਾਣੇਦਾਰ, ਐਸਪੀ, ਜਿਹੜਾ ਬੰਦਾ ਇਹ ਸਾਡੇ ਬੱਚੇ ਨੂੰ ਚੁੱਕ ਕੇ ਲੈ ਕੇ ਗਿਆ, ਤੇ ਉਹ ਬਾਏ ਨੇਮ 40 ਪਟੀਸ਼ਨਾਂ ਪੈ ਗਈਆਂ। ਤੇ ਉਹਦੇ ਨਾਲ ਘਬਰਾਹਟ ਹੋ ਗਈ ਸਾਰੀ ਪੁਲਿਸ ਨੂੰ ਵੀ ਇਹ ਤਾਂ ਕੰਮ ਬਹੁਤ ਖਰਾਬ ਹੋ ਰਿਹਾ। ਤੇ ਉਸ ਵੇਲੇ ਇੱਥੇ ਅਜੀਤ ਸਿੰਘ ਸੰਧੂ ਸੀਗਾ ਤਰਨ ਤਾਰਨ ਦਾ, ਤੇ ਉਹ ਇਸ ਗੱਲੋਂ ਖਾਰ ਹੀ ਖਾਣ ਲੱਗਿਆ ਵੀ ਇਹ ਬੰਦੇ ਨੇ ਮੇਨਲੀ ਜਿਹੜੇ ਤਰਨ ਤਾਰਨ ਦੇ ਵਿੱਚ ਵਾਲੇ ਕੇਸ ਸੀਗੇ ਔਰ ਉਹਦੇ ਹੀ ਨਾਂ 'ਤੇ ਲੱਗਦੇ ਸੀਗੇ। ਇੱਕ ਟੀਮ ਸੀਗੀ, ਇੱਕ ਗੈਂਗ ਸੀਗਾ ਉਹਦਾ, ਵੀ ਜਿਹੜਾ ਐਵੇਂ ਬੱਚਿਆਂ ਨੂੰ ਮਾਰਦਾ ਸੀਗਾ ਤੇ ਇਨਾਮ ਲੈਂਦਾ ਸੀਗਾ, ਫੀਤੇ ਲੱਗਦੇ ਸੀਗੇ। ਔਰ ਈਵਨ ਉਹਦੇ ਬਾਰੇ ਇਹ ਮਸ਼ਹੂਰ ਹੈ ਵੀ ਉਹ ਕਹਿੰਦਾ ਸੀਗਾ ਜੇ ਕੋਈ 2-4 ਬੰਦੇ ਮਾਰ ਕੇ ਆਉਂਦਾ ਸੀ ਉਹਦੇ ਕੋਲੇ, ਵੀ ਉਹ ਕਹਿੰਦਾ ਸੀ ਮੱਛੀਆਂ ਭੁੱਖੀਆਂ ਮਰ ਰਹੀਆਂ ਤੇ ਤੁਸੀਂ ਕਿਉਂ 2-3 ਹੀ ਮਾਰਦੇ ਹੋ, ਤੁਸੀਂ ਵੱਧ ਤੋਂ ਵੱਧ ਮੁੰਡੇ ਮਾਰੋ। ਔਰ ਮੈਨੂੰ ਲੱਗਦਾ ਵੀ ਸਰਕਾਰ ਨੇ ਇੱਕ ਕ੍ਰਾਈਟੇਰੀਆ ਬਣਾ ਲਿਆ 90 'ਚ ਜਾ ਕੇ ਵੀ ਬੱਚਿਆਂ ਨੂੰ ਮਾਰੀ ਜਾਓ, ਮਾਰ ਕੇ ਉਹਨਾਂ ਨੂੰ ਲਾਵਾਰਸ ਕਹਿ ਕੇ ਸਾੜੀ ਜਾਓ ਜਾਂ ਦਰਿਆਵਾਂ ਵਿੱਚ ਰੋੜੀ ਜਾਓ। ਇਹਦਾ ਮੇਨ ਕਾਰਨ ਇਹ ਵੀ ਸੀਗਾ ਕਿ ਪਹਿਲਾਂ ਲਾਸ਼ਾਂ ਮਿਲ ਜਾਂਦੀਆਂ ਸੀਗੀਆਂ, ਜਦੋਂ ਕੋਈ ਮੁਕਾਬਲਾ ਹੁੰਦਾ ਸੀਗਾ ਤੇ ਲਾਸ਼ਾਂ ਮਿਲ ਜਾਂਦੀਆਂ ਸੀਗੀਆਂ, ਤੇ ਉਹ ਲਾਸ਼ਾਂ ਨੂੰ ਇੰਨਾ ਟਾਰਚਰ ਕੀਤਾ ਹੁੰਦਾ ਸੀ ਤੇ ਰੌਲਾ ਪੈਂਦਾ ਸੀਗਾ ਵੀ ਇਹਦੀਆਂ ਲੱਤਾਂ ਬਾਹਾਂ ਤੋੜੀਆਂ ਹੋਈਆਂ ਹੈ ਤੇ ਇਹ ਭੱਜ ਕਿਵੇਂ ਗਿਆ। ਮੁਕਾਬਲੇ ਸ਼ੋਅ ਕਰਦੇ ਸੀਗੇ ਵੀ ਇਹ ਦੌੜਦੇ ਸੀ ਤੇ ਅਸੀਂ ਪਿੱਛੋਂ ਗੋਲੀਆਂ ਮਾਰਤੀਆਂ ਤੇ ਆਹ ਕਰਤਾ। ਇਹ ਸਾਰੀ ਸੱਚਾਈ ਹੋਈ ਕਿ ਫਿਰ ਉਹ ਸਾਰੇ ਲੋਕ ਡਿਫੈਂਸ 'ਚ ਆ ਗਏ। ਉਹਨਾਂ ਨੇ ਫਿਰ ਸਾਨੂੰ ਤੰਗ ਕਰਨਾ ਕਹੋ ਜਾਂ ਇਹੋ ਜਿਹਾ ਐਕਸ਼ਨ ਕੋਈ ਉਹਨਾਂ ਨੇ ਨਹੀਂ ਕੀਤਾ ਵੀ ਜਿਹਦੇ ਨਾਲ ਉਹਨਾਂ ਦੀ ਵਿਪਤਾ ਹੋਰ ਵੱਧਦੀ ਹੋਵੇ। ਤੇ ਅਸੀਂ ਵੀ ਇੱਕ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਵੱਡਾ ਕੀਰਤੀਮਾਨ ਤਾਂ ਨਹੀਂ ਹੈ, ਪਰ ਜਸਵੰਤ ਸਿੰਘ ਨੇ ਜੋ ਕੰਮ ਕੀਤਾ ਉਹਨੂੰ ਦੱਸਣ ਦੇ ਲਈ ਕਾਮਯਾਬ ਮੈਨੂੰ ਲੱਗਦਾ ਸਾਡੀ ਟੀਮ ਹੈ ਜਿਹੜੀ ਜ਼ਰੂਰ ਹੋਈ ਹੈ। ਜਸਵੰਤ ਸਿੰਘ ਖਾਲੜਾ ਜੀ ਨੇ ਜਿਹੜੇ ਡਾਟਾ ਇਕੱਠਾ ਕੀਤਾ ਸੀਗਾ ਉਹ ਇੱਕ ਹੀ ਜ਼ਿਲ੍ਹੇ ਦਾ ਦੱਸਿਆ ਜਾਂਦਾ ਹੈ, ਤੇ ਇਸ ਇੱਕ ਹੀ ਜ਼ਿਲ੍ਹੇ ਦੇ ਸ਼ਮਸ਼ਾਨ ਘਾਟਾਂ ਤੋਂ, ਇਸ ਤੋਂ ਇਲਾਵਾ ਅਜੇ ਬਾਕੀ ਜ਼ਿਲ੍ਹੇ ਤਾਂ ਪਏ ਸੀਗੇ। ਨਹੀਂ ਜੀ, ਉਹ ਕਿਤੇ ਕੰਮ ਹਜੇ ਬੰਦ ਨਹੀਂ ਹੋਇਆ। ਜਸਵੰਤ ਸਿੰਘ ਨੇ ਜਦੋਂ ਇਹ ਹੋਈ ਆ ਪਟੀਸ਼ਨ ਫਾਈਲ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਚੱਲਿਆ, ਉਸ ਵੇਲੇ ਦੇ ਜੱਜ ਸੀਗੇ ਜਸਟਿਸ ਕੁਲਦੀਪ ਸਿੰਘ। ਉਹਨਾਂ ਦੀ ਰਿਟਾਇਰਮੈਂਟ ਆ ਗਈ ਨੇੜੇ, ਔਰ ਉਹਨਾਂ ਨੇ ਜਾਂਦਿਆਂ ਜਿਹੜਾ ਮੁਆਵਜ਼ੇ ਦਾ ਕੇਸ ਸੀਗਾ ਉਹ ਨੈਸ਼ਨਲ ਹਿਊਮਨ ਰਾਈਟਸ ਨੂੰ ਦਿੱਤਾ, ਔਰ ਉਹਨਾਂ ਨੇ ਕਿਹਾ ਵੀ ਦੂਜਾ ਕੇਸ ਪ੍ਰੋਪਰ ਚੱਲੂਗਾ ਵੀ ਜਿਵੇਂ ਵੀ ਹੈ ਇਹ ਕੇਸ ਐਜੈਕਟ, ਵੀ ਜੇ ਕੋਈ ਚਾਹੁੰਦਾ ਹੈ ਸਾਡੇ ਨਾਲ ਅਨਿਆਂ ਹੋਇਆ, ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ, ਉਹ ਕੰਪਨਸੇਸ਼ਨ ਵੀ ਹੋਣੀ ਚਾਹੀਦੀ ਹੈ। ਪਰ ਸਰਕਾਰਾਂ ਦੀਆਂ ਵੱਡੀਆਂ ਬੇਈਮਾਨੀਆਂ, ਥੋੜ੍ਹੀ ਜਿਹੀ ਕੰਪਨਸੇਸ਼ਨ 2.5 ਲੱਖ ਤੇ 2.25 ਲੱਖ ਦੇ ਕੇ ਸਰਕਾਰ ਨੇ ਇਹਨਾਂ ਦਾ ਮੰਨ ਲਿਆ ਵੀ ਅਸੀਂ ਇਹਨਾਂ ਨੂੰ ਲਾਵਾਰਸ ਕਹਿ ਕੇ ਸਾੜਿਆ। ਪਰ ਇਹ ਕੇਸ ਸਾਡੀ ਵੀ ਇਹੋ ਹੀ ਕਹਿਣ ਦੀ ਗੱਲ ਹੈਗੀ ਆ। ਇੱਥੇ ਅਸੀਂ ਦੱਸਣ ਵਾਲੀ ਗੱਲ ਹੈ ਕਿ ਇੱਥੇ ਅਸੀਂ ਇੱਕ ਟੁੱਥ ਕਮਿਸ਼ਨ ਵੀ ਕੋਸ਼ਿਸ਼ ਕੀਤੀ ਸੀ, ਪੀਪਲ ਕਮਿਸ਼ਨ ਬਣਾਉਣ ਦੀ। ਜਸਟਿਸ ਕੁਲਦੀਪ ਸਿੰਘ ਸੀਗੇ ਉਹਦੇ ਇੰਚਾਰਜ, ਔਰ ਬੰਬੇ ਤੋਂ ਜੱਜ ਸੀਗੇ ਗੁਗਈ ਸ਼ਾਇਦ, ਦੇ 3 ਜੱਜ ਅਸੀਂ, ਇੱਕ ਦਿੱਲੀ ਤੋਂ ਸੀਗੇ, 3 ਜੱਜ ਲਿਆਂਦੇ। ਪਰ ਬਾਦਲ ਨੇ ਪਟੀਸ਼ਨ ਪਾ ਕੇ ਉਹ ਜਿਹੜਾ ਕਮਿਸ਼ਨ ਹੈ ਉਹਨਾਂ ਨੇ ਕਿਹਾ ਰੰਜਨ ਗਗੋਈ ਹਾਂਜੀ, ਉਹਨਾਂ ਨੇ ਇਹ ਇੱਥੇ ਸ਼ੁਰੂ ਹੋ ਗਈ ਸੀ, ਇੱਕ ਹੀਅਰਿੰਗ ਵੀ ਹੋ ਗਈ ਸੀਗੀ ਮੋਹਾਲੀ ਦੇ ਵਿੱਚ, ਪਰ ਇਹਨਾਂ ਨੇ ਪਟੀਸ਼ਨ ਪਾ ਕੇ ਹਾਈ ਕੋਰਟ ਦੇ ਵਿੱਚ ਬਾਦਲ ਸਰਕਾਰ ਨੇ ਵੀ ਇਹਦੇ ਨਾਲ ਪੁਲਿਸ ਦਾ ਮਨੋਬਲ ਡਿੱਗੂਗਾ, ਪੁਲਿਸ ਵਾਲੇ ਇਹਨਾਂ ਦੇ ਅੱਗੇ ਜੇ ਪੇਸ਼ ਹੋਣਗੇ ਤਾਂ ਜਾ ਕੇ, ਕਿਉਂਕਿ ਸਬੂਤ ਤਾਂ ਸਾਰੇ ਪਏ ਸੀਗੇ। ਤੇ ਉਹ ਫਿਰ ਉਸ ਵੇਲੇ ਬੰਦ ਹੋ ਗਈ ਸੀਗੀ। ਅੱਜ ਦੀ ਡੇਟ 'ਚ ਵੀ ਮੈਂ ਕਹਿੰਦੀ ਹਾਂ ਸਾਨੂੰ ਭਾਵੇਂ ਇਹ ਬਹੁਤ ਵੱਡਾ ਔਰ ਕੌੜਾ ਸੱਚ ਹੈ, ਇਹ ਅੱਜ ਵੀ ਸਾਨੂੰ ਇਸ ਗੱਲ ਦੀ ਲੋੜ ਹੈ ਕਿ ਕੋਈ ਜਿਹੜੀ ਨਿਰਪੱਖ ਏਜੰਸੀ ਹੈ ਉਹ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ, ਤਾਂ ਲੋਕਾਂ ਦੇ ਜਿਹੜੇ ਕਲੇਜੇ 'ਚ ਠੰਡ ਪਊਗੀ। ਬਸ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ ਹੁਣ 25-30 ਕਿਉਂ 35 ਸਾਲ ਹੋ ਗਏ ਲਗਭਗ ਇਸ ਸੰਘਰਸ਼ ਨੂੰ ਸ਼ੁਰੂ ਹੋਇਆ,
ਤੇ ਜਿਹੜੇ ਉਹ ਬੱਚੇ ਸੀਗੇ ਜਾਂ ਜੋ ਉਹਨਾਂ ਦੇ ਕਿਸੇ ਦੇ ਪੇਰੈਂਟਸ ਸੀਗੇ ਉਹ ਨਹੀਂ ਰਹੇ, ਜਾਂ ਹੁਣ ਤਾਂ ਗਵਾਹਾਂ ਦੀ ਘਾਟ ਪੈ ਗਈ ਹੈ ਇਸ ਵੇਲੇ। ਪਰ ਫਿਰ ਵੀ ਰੈਕੋਗਨਾਈਜ਼ ਕਰਨ ਦੇ ਲਈ ਇਹਨਾਂ ਲੋਕਾਂ ਨੂੰ ਜ਼ਰੂਰ ਕੋਈ ਨਾ ਕੋਈ ਸੰਸਥਾ ਹੈ ਜਿਹੜੀ ਉਹ ਅੱਗੇ ਆਵੇ। ਅਸੀਂ ਤਾਂ ਹਮੇਸ਼ਾ ਇਹੋ ਹੀ ਕੰਮ ਕਰਦੇ ਹਾਂ, ਤੇ ਹੁਣ ਵੀ ਅਸੀਂ ਦੁਬਾਰਾ ਉਹਨਾਂ ਕੇਸਾਂ ਤੋਂ ਇਲਾਵਾ 8000 ਸਮਥਿੰਗ ਕੇਸ ਹੈ ਜਿਹੜੇ ਉਹ ਇਸ ਵੇਲੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਹੈ, ਤੇ ਉਹ ਆ ਕਰੋਨਾ ਕਰਕੇ, ਕੋਵਿਡ ਕਰਕੇ ਉਹਦੀਆਂ ਡੇਟਾਂ ਪੈ ਰਹੀਆਂ ਮਹੀਨੇ ਬਾਅਦ, ਪਰ ਉਹਦੀ ਕੋਈ ਹੀਅਰਿੰਗ ਨਹੀਂ ਹੋ ਰਹੀ। ਜੇ ਉਹ ਕੇਸ ਲੱਗ ਜਾਂਦਾ, ਓਪਨ ਹੋ ਜਾਂਦਾ, ਤੇ ਹੋਰ ਵੀ ਜਿਹੜੇ ਲੋਕ ਆ ਉਹਨਾਂ ਨੂੰ ਰਾਹਤ ਮਿਲੂਗੀ। ਔਰ ਮੈਨੂੰ ਖਿਆਲ ਹੈ ਵੀ ਜੇ ਇਹ ਕੇਸ ਲੱਗ ਜਾਂਦਾ, ਫਿਰ ਜੇ ਕੋਈ ਕੇਸ ਰਹਿ ਜਾਂਦਾ ਹੋਰ ਵੀ, ਕਈ ਵਾਰੀ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਵੀ ਕੁਛ ਪਰਿਵਾਰ ਆਪਣਾ ਘਰ-ਬਾਰ ਛੱਡ ਗਏ, ਕੁਛ ਪਰਿਵਾਰ ਇੱਥੋਂ ਮੂਵ ਹੋ ਗਏ। ਇਹਦੀ ਨਿਸ਼ਾਨੀ ਇਹ ਹੈ ਵੀ ਜਦੋਂ ਕੰਪਨਸੇਟ ਹੋਏ ਨਾ ਲੋਕ, ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਕੁਛ ਇਹੋ ਜਿਹੇ ਵੀ ਕੇਸ ਨਿਕਲੇ ਜਿਹੜੇ ਕਿ ਉਹਨਾਂ ਪਿੰਡਾਂ 'ਚੋਂ ਲੱਭੇ ਹੀ ਨਹੀਂ। ਉਹ ਕਹਿੰਦੇ ਇੱਥੇ ਉਹ ਰਹਿੰਦੇ ਨਹੀਂ, ਹੁਣ ਚਲੇ ਗਏ, ਪਤਾ ਨਹੀਂ ਕਿੱਥੇ ਚਲੇ ਗਏ। ਤੇ ਬਹੁਤ ਵੱਡੀ ਟ੍ਰੈਜਡੀ ਹੈ, ਤਰਾਸਦੀ ਹੈ ਇਸ ਸੰਘਰਸ਼ ਦੀ, ਕਿ ਇਹਦਾ ਸੱਚ ਸਾਹਮਣੇ ਲਿਆਉਣ ਤੋਂ ਸਾਰੇ ਹੀ ਡਰੀ ਜਾਂਦੇ ਆ। ਤੇ ਡਰਨ ਵਾਲੀ ਕੋਈ ਗੱਲ ਹੈ ਨਹੀਂ। ਜੇ ਕੋਈ ਡਾਕੂਮੈਂਟੇਸ਼ਨ ਅਸੀਂ ਕੀਤੀ ਹੈ, ਕਾਫੀ ਕੀਤੀ ਹੈ, ਉਹ ਸਾਰੇ ਪੰਜਾਬ 'ਚ ਘਰ ਘਰ ਜਾ ਕੇ ਡਾਕੂਮੈਂਟੇਸ਼ਨ ਕੀਤੀ ਹੈ। ਪਰ ਹੁਣ ਜੇ ਪ੍ਰਾਈਵੇਟ NGO ਇਹ ਕੰਮ ਕਰਦੇ ਆ ਤਾਂ ਉਹਨਾਂ ਦੇ ਕੋਈ ਉਨੇ ਮਾਇਨੇ ਨਹੀਂ ਹੁੰਦੇ ਜਿੰਨਾ ਚਿਰ ਉਹਦੇ 'ਤੇ ਸਰਕਾਰੀ ਜਾਂ ਕੋਰਟ ਦੀ ਸਟੈਂਪ ਨਹੀਂ ਲੱਗਦੀ। ਤੇ ਅਸੀਂ ਚਾਹੁੰਦੇ ਹਾਂ ਅੱਜ ਦੀ ਡੇਟ ਵਿੱਚ ਵੀ ਅਸੀਂ ਤਾਂ ਮਿਸ਼ਨ 'ਤੇ ਹਾਂ, ਖਾਲੜੇ ਦੇ ਮਿਸ਼ਨ 'ਤੇ ਹਾਂ, ਜੋ ਉਹਨੇ ਕੰਮ ਸ਼ੁਰੂ ਕੀਤਾ ਸੀ ਉਹੀ ਕਰਨਾ। ਇਸ ਕਰਕੇ ਜੇ ਕਿਤੇ ਵੀ ਇਹ ਕੰਮ ਸ਼ੁਰੂ ਹੁੰਦਾ ਤੇ ਅਸੀਂ ਵੀ ਆਪਣੀ ਪੂਰੀ ਸਮਰੱਥਾ ਦੇ ਨਾਲ ਜਾਵਾਂਗੇ ਔਰ ਕਵਾਂਗੇ ਕਿ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਅਧੂਰੇ ਕੰਮ ਆ ਉਹ ਕਿਸੇ ਤਰ੍ਹਾਂ ਵੀ ਪੂਰੇ ਹੋਣੇ ਚਾਹੀਦੇ। ਮੈਨੂੰ ਲੱਗਦਾ ਹੈ ਕਿ ਜਸਵੰਤ ਸਿੰਘ ਖਾਲੜਾ ਹੁਣਾਂ ਨੇ ਬਿਨਾਂ ਡਰੇ ਜੋ ਕੰਮ ਦੀ ਸ਼ੁਰੂਆਤ ਕੀਤੀ ਸੀਗੀ, ਉਸ ਦੌਰ ਦੇ ਵਿੱਚ ਜਿਵੇਂ ਪੁਲਿਸ ਜਿਹਨੂੰ ਮਰਜ਼ੀ ਵੀ ਚੱਕ ਕੇ ਅਣਪਛਾਤਾ ਕਰ ਦਿੰਦੀ ਸੀਗੀ, ਪਤਾ ਹੀ ਨਹੀਂ ਸੀ ਲੱਗਦਾ, ਖਪਾ ਦਿੰਦੀ ਸੀਗੀ, ਉਸ ਸਮੇਂ ਦੇ ਦੌਰਾਨ ਤੁਸੀਂ ਵੀ ਉਹੀ ਬੀੜਾ ਚੱਕਿਆ ਉਸ ਤੋਂ ਬਾਅਦ ਸਜ਼ਾ ਦਿਵਾਉਣ ਦੇ ਲਈ, ਕਿਉਂਕਿ ਪੁਲਿਸ ਦੀ ਪਰੇਸ਼ਾਨੀ ਜਿਹੜੀ ਹੈ ਤੁਹਾਨੂੰ ਵੀ ਉਹਦਾ ਸਾਹਮਣਾ ਜ਼ਰੂਰ ਕਿਤੇ ਨਾ ਕਿਤੇ ਕਰਨਾ ਪਿਆ, ਤੁਹਾਡੇ 'ਤੇ ਵੀ ਮੁਕੱਦਮੇ ਹੋਏ ਨੇ ਬਹੁਤ ਸਾਰੇ। ਹਾਂਜੀ, ਉਹ ਤਾਂ ਫਿਰ ਮੁਸ਼ਕਲਾਂ ਦੇ ਰਸਤੇ ਵਿੱਚ ਆਉਣੀਆਂ ਹੀ ਆ। ਪਰ ਮੈਂ ਜਿਵੇਂ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ, ਮੈਂ ਸਵੇਰੇ ਕੰਮ 'ਤੇ ਗਈ ਹਾਂ ਔਰ ਮੈਨੂੰ ਕੀ ਪਤਾ ਸੀ ਮੇਰੇ ਨਾਲ ਐਡੀ ਵੱਡੀ ਘਟਨਾ ਹੋਣ ਜਾਣੀ ਹੈ ਇਸ ਘਰ 'ਚ। ਮੈਂ ਉਹਨਾਂ ਨੂੰ, ਪੁਲਿਸ ਵਾਲਿਆਂ ਨੂੰ ਵੇਖਦੀ ਵੀ ਹਾਂ, ਮੈਂ ਉਹਨਾਂ ਨੂੰ ਕੋਰਟਾਂ 'ਚ ਪਛਾਣਿਆ ਵੀ ਹੈ ਵੀ ਉਹ ਮੈਨੂੰ ਮਿਲੇ ਆ। ਪਰ ਇਹ ਹੈ ਵੀ ਮੈਂ ਫੈਸਲਾ ਇੱਕਦਮ ਇੱਕ ਫੈਸਲਾ ਲੈ ਲਿਆ ਵੀ ਇਹ ਜਿਹੜੀ ਵੱਡੀ ਲੜਾਈ ਹੈ ਇਹਦੇ ਵਿੱਚ ਜ਼ਰੂਰਤ ਹੈ ਕਿ ਹੁਣ ਮੈਂ ਹੀ ਅੱਗੇ ਆਵਾਂ, ਕਿਉਂਕਿ ਪਰਿਵਾਰ ਤਾਂ ਹੋਰ ਵੀ ਬੜੇ ਸੀਗੇ, ਪਰ ਜਸਵੰਤ ਸਿੰਘ ਨੇ ਗੱਲ ਸ਼ੁਰੂ ਕੀਤੀ ਸੀਗੀ ਔਰ ਇਸ ਗੱਲ ਨੂੰ ਸਿਰੇ ਲਾਉਣ ਵਾਸਤੇ ਮੈਨੂੰ ਹੀ ਅੱਗੇ ਲੱਗ ਕੇ ਲੀਡਿੰਗ ਰੋਲ ਕਰਨਾ ਪੈਣਾ ਸੀ, ਕਿਉਂਕਿ ਲੋਕ ਤਾਂ ਹਜ਼ਾਰਾਂ ਸਾਡੇ ਨਾਲ ਸੀਗੇ। ਅਸੀਂ ਸੰਸਥਾ ਵੀ ਬਣਾਈ ਜਿਹਦੇ ਵਿੱਚ ਡਿਸਪੀਡ ਪੀਪਲ ਦੀ ਇੱਕ ਸੰਸਥਾ ਵੀ ਬਣਾਈ, ਉਹਨਾਂ ਨੂੰ ਸਾਡੇ ਮੈਂਬਰ ਵੀ ਬਣੇ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਜਿਹੜੀ ਇਹਨਾਂ ਨੂੰ ਚੈਲੰਜ ਕਰ ਸਕੇ ਹਾਂ, ਪੁਲਿਸ ਨੂੰ ਚੈਲੰਜ ਕਰ ਸਕੇ ਹਾਂ ਔਰ ਕੋਰਟਾਂ ਦੇ ਵਿੱਚ ਚੈਲੰਜ ਕਰ ਸਕਦੇ ਹਾਂ। 10-10 ਹਜ਼ਾਰ ਦੇ ਅਸੀਂ ਇਕੱਠ ਵੀ ਕਰਦੇ ਰਹੇ ਹਾਂ, ਅਸੀਂ ਧਰਨੇ ਮੁਜ਼ਾਹਰੇ ਸੰਸਦ ਦੇ ਅੱਗੇ ਤੱਕ ਲਾਉਂਦੇ ਰਹੇ ਹਾਂ। ਇਹ ਵੀ ਛੋਟਾ ਜਿਹਾ ਕਾਰਜ ਨਹੀਂ, ਪਰ ਲੰਮੇ ਸਮੇਂ ਦੇ ਵਿੱਚ ਅਸੀਂ ਜਿਵੇਂ ਨਿੱਕਾ ਨਿੱਕਾ ਬੂੰਦ ਨਾਲ ਘੜਾ ਭਰਦਾ, ਉਸੇ ਤਰ੍ਹਾਂ ਅਸੀਂ ਲੱਗੇ ਰਹੇ ਹਾਂ, ਪ੍ਰੋਪਰ ਲੱਗੇ ਰਹੇ ਹਾਂ ਲਗਾਤਾਰ। ਅਤੇ ਅੱਜ ਵੀ ਜੇ ਸਾਨੂੰ ਕਿਤੇ ਅਸਲਾ ਕੰਮ ਛੱਡ ਕੇ ਵੀ ਉਸੇ ਪਹੁੰਚਦੇ ਹਾਂ, ਜੇ ਕੋਈ ਇਸ ਨਾਲ ਰਿਲੇਟਡ ਜੇ ਕੋਈ ਮਸਲਾ ਹੋਵੇ। ਹੁਣ CBI ਕੋਰਟ ਦੇ ਵਿੱਚ ਇਹਨਾਂ ਨੇ ਕੇਸ ਜਿਹੜੇ ਆ ਕੁਛ ਇਹਨਾਂ ਨੇ ਸਟੇ ਕਰਾਏ ਸੀ, ਪੈਂਡਿੰਗ ਕਰਾਏ ਸੀਗੇ, ਅਤੇ ਆ ਪਰਸੋਂ ਚੌਥੇ ਉਹ ਸਟੇ ਸਾਡੇ ਕਾਬਲ ਵਕੀਲ ਰਾਜਵਿੰਦਰ ਸਿੰਘ ਬੈਂਸ ਆ, ਉਹਨਾਂ ਦੀ ਬਹਿਸ 'ਤੇ ਜਿਹੜਾ ਉਹ ਟੁੱਟਿਆ। ਅਤੇ ਅੱਗੇ ਵੀ ਗਵਾਹੀਆਂ ਹੋਈਆਂ, 13-13 ਸਾਲ ਦੇ ਬੱਚੇ ਤਾਂ ਇਹਨਾਂ ਨੇ ਚੱਕ ਕੇ ਮਾਰੇ ਆ। ਅਤੇ ਹੁਣ ਪੁਲਿਸ ਵਾਲੇ ਵੀ ਕੁਛ ਮਰ ਗਏ ਆ, ਕੁਛ ਰਿਟਾਇਰਡ ਹੈ, ਪਰ ਫਿਰ ਵੀ ਉਹਨਾਂ ਨੂੰ ਕਟਹਿਰੇ 'ਚ ਖੜ੍ਹਾ ਕਰਨਾ ਸਾਡਾ ਫਰਜ਼ ਹੈ। ਔਰ ਉਹ ਹੁਣ ਕੇਸ ਹੈ ਜਿਹੜੇ ਬਸ ਮੇਰੇ ਖਿਆਲ ਉਹਨਾਂ ਨੇ ਕਿਹਾ 12 ਤਰੀਕ ਤੋਂ ਫਿਜ਼ੀਕਲੀ
ਹੁਣ ਗਵਾਹੀਆਂ ਸ਼ੁਰੂ ਹੋ ਜਾਣੀਆਂ। ਸਾਰੀ ਘਟਨਾਕ੍ਰਮ ਨੂੰ ਤੁਸੀਂ ਆਪਣੇ ਅੱਖੀਂ ਦੇਖਿਆ ਹੈ, ਉਦੋਂ ਭੂਮਿਕਾ ਕੀ ਦੇਖਦੇ ਹੋ? ਪੁਲਿਸ ਕਰਨਾ ਕੀ ਚਾਹੁੰਦੀ ਸੀਗੀ ਆਮ ਲੋਕਾਂ ਦੇ ਨਾਲ, ਉਹਨਾਂ ਦੀ ਮਨਸ਼ਾ ਕੀ ਸੀਗੀ, ਕਿਸ ਤਰੀਕੇ ਦੇ ਨਾਲ ਇਹ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ, ਇੱਕ ਡਰ ਦਾ ਮਾਹੌਲ, ਇੱਕ ਭੈ ਦਾ ਮਾਹੌਲ ਪੂਰੇ ਪੰਜਾਬ ਦੇ ਅੰਦਰ ਪੈਦਾ ਕੀਤਾ ਗਿਆ। ਅੱਜ ਵੀ ਬਹੁਤ ਸਾਰੇ ਲੋਕ ਉਸ ਭੈ ਦੇ ਵਿੱਚ ਜਿਉਂਦੇ ਨੇ। ਇਹ ਜੀ ਮਨਸ਼ਾ ਤਾਂ ਉਹਨਾਂ ਦੀ ਕੌਨਸਪੀਰੇਸੀਆਂ ਸੀਗੀਆਂ, ਉੱਤੋਂ ਇੰਟੈਲੀਜੈਂਸ ਦੇ ਉਹਨਾਂ ਨੂੰ ਆਰਡਰ ਹੋਣਗੇ। ਪਰ ਜਿਹੜੀ ਮੇਨ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਵੀ ਉਦੋਂ ਬੇਅੰਤ ਸਿੰਘ ਦਾ ਰਾਜ ਸੀਗਾ। ਵਿਧਾਨ ਸਭਾ ਦੇ ਵਿੱਚ ਰਿਟਨ ਰਿਕਾਰਡ ਪਿਆ ਹੈ ਜਿਹਦੇ ਵਿੱਚ ਕਿਹੜੇ ਪੁਲਿਸ ਅਫਸਰ ਨੇ ਕਿੰਨੀ ਤਰੱਕੀ ਲਈ ਹੈ ਔਰ ਕਿੰਨੀ ਉਹਨਾਂ ਦੀਆਂ ਪ੍ਰਮੋਸ਼ਨਾਂ ਹੋਈਆਂ ਜਾਂ ਕਿ ਉਹਨਾਂ ਨੂੰ ਜੋ ਵੀ ਬੈਨੀਫਿਟ ਮਿਲੇ ਆ ਮੁੰਡੇ ਮਾਰਨ ਦੇ, ਉਹ ਸਾਰਾ ਕੁਝ ਇਹ ਤੇ ਸਾਡੀ ਹਜੇ ਪਹੁੰਚ ਨਹੀਂ ਪਈ ਕਿ ਉਹ ਰਿਕਾਰਡ ਕੱਢ ਕੇ ਤੇ ਇਹਨਾਂ ਪੁਲਿਸ ਅਫਸਰਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਵੇ ਵੀ ਤੁਸੀਂ ਆਹ ਪਰਮਰਾਜ ਉਮਰਾ ਨੰਗਲ ਹੈ, ਇਹਨੇ ਬੰਦਾ ਮਾਰ ਕੇ 10 ਲੱਖ ਮੁਆਵਜ਼ਾ ਲੈ ਲਿਆ ਔਰ ਬੰਦਾ ਜਿਉਂਦਾ ਨਿਕਲ ਆਇਆ ਤੇ ਹੁਣ ਇਹ ਭੁਗਤ ਰਿਹਾ, ਆਪਣੀਆਂ ਕੀਤੀਆਂ ਨੂੰ ਭੁਗਤ ਰਿਹਾ। ਤੇ ਬਹੁਤ ਸਾਰੇ ਇਹੋ ਜਿਹੇ ਪੁਲਿਸ ਅਫਸਰਾਂ ਨੂੰ ਅਸੀਂ ਮੂੰਹ ਜ਼ਬਾਨੀ ਜਾਣਦੇ ਹਾਂ ਜਿਨ੍ਹਾਂ ਨੇ ਐਡੀਆਂ ਐਡੀਆਂ ਵੱਡੀਆਂ ਕਤਾਈਆਂ ਕੀਤੀਆਂ ਵੀ ਬੰਦਾ ਤੇ ਹਜੇ ਜਿਉਂਦਾ ਹੁੰਦਾ ਤੇ ਮੁਆਵਜ਼ੇ ਪਹਿਲਾਂ ਲੈ ਗਏ। ਵੀ ਜਿਵੇਂ ਕਿਸੇ ਨਾਮ ਨਾਲ ਹੀ ਕੋਈ ਰਿਲੇਟਡ ਹੋ ਗਿਆ, ਜਿਵੇਂ ਇੱਥੋਂ ਦੀ ਉਦਾਹਰਨ ਹੈ ਕੋਟ ਖਾਲਸਾ ਦੀ। ਪ੍ਰਗਟ ਸਿੰਘ ਦਾ ਨਾਂ ਦਾ ਮੁੰਡਾ 18 ਕੁ ਸਾਲ ਦਾ 19 ਸਾਲ ਦਾ ਪਲੇਅਰ ਸੀ ਬੜਾ ਤਕੜਾ, ਤੇ ਉਹਦੇ ਫਾਦਰ ਦੇ ਨਾਮ ਵੀ ਮਿਲਦੇ ਸੀਗੇ ਤੇ ਉਹ ਮੁੰਡੇ ਨੂੰ ਮਾਰ ਕੇ 10 ਲੱਖ ਦਾ ਨਾਮ ਲੈ ਲਿਆ। ਕੋਈ ਮਾਣੇ ਮੱਲੀਆਂ ਦਾ ਵੀ ਪ੍ਰਗਟ ਸਿੰਘ ਸੀਗਾ ਤੇ ਉਹਦਾ ਨਾਮ ਕਿਸੇ ਅਫਸਰ ਨੇ ਲੈ ਲਿਆ। ਉਹਦੇ ਜਿਹੜਾ ਇਹ ਮੁੰਡਾ ਸੀਗਾ ਉਹਨੇ ਲੈ ਲਿਆ, ਪਰ ਜਿਹੜਾ ਮਾਣੇ ਮੱਲੀਆਂ ਨੇ 3 ਸਾਲ ਬਾਅਦ ਮਾਰਿਆ ਗਿਆ ਉਹਦਾ ਨਾਮ ਕੋਈ ਹੋਰ ਅਫਸਰ ਲੈ ਗਿਆ। ਮਤਲਬ ਇੰਨੇ ਘਚੋਲੇ ਆ ਤੇ ਪਰਿਵਾਰ ਜਿਹੜੇ ਇੱਥੋਂ ਪਤਾ ਨਹੀਂ ਕਿਵੇਂ ਵਿਚਾਰੇ ਆ ਰੁਖਸਤ ਹੋਣਗੇ ਜਹਾਨ ਤੋਂ, ਆਪਣੇ ਬੱਚਿਆਂ ਦੀਆਂ ਕਹਾਣੀਆਂ ਦਾ ਹੀ ਨਹੀਂ ਜਿਨ੍ਹਾਂ ਨੂੰ ਪਤਾ। ਤੇ ਇਹ ਬੜੀ ਵੱਡੀ ਟ੍ਰੈਜਡੀ ਹੈ। ਅਸੀਂ ਜਿੰਨੀ ਕੁ ਸਾਡੀ ਅਸੀਂ ਸੋਚਦੇ ਹਾਂ, ਜਿੰਨਾ ਕੁ ਅਸੀਂ ਕਰ ਸਕਦੇ ਹਾਂ, ਉਸ ਤੋਂ ਵੱਧ ਵੀ ਅਸੀਂ ਚਾਹੁੰਦੇ ਹਾਂ ਅਸੀਂ ਸਾਨੂੰ ਕੋਈ ਮਿਲੇ ਕਲੂ ਤੇ ਅਸੀਂ ਅੱਗੇ ਲੈ ਕੇ ਜਾਈਏ। 6 ਸਤੰਬਰ ਦਾ ਦਿਨ ਕੈਨੇਡਾ ਨੇ ਵੀ ਰਾਖਵਾਂ ਰੱਖਿਆ ਹੋਇਆ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ, ਉਹਨੂੰ ਕਿੱਦਾਂ ਦੇਖਦੇ ਹੋ ਤੇ ਕੀ ਚਾਹੁੰਦੇ ਹੋ ਤੁਸੀਂ ਇੱਥੇ ਪੰਜਾਬ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਹੋਰ ਕਿਵੇਂ ਯਾਦ ਕੀਤਾ ਜਾਣਾ ਚਾਹੀਦਾ? ਵੇਖੋ ਜੀ, ਇਹ ਨਾ ਜਿਹੜੀ ਕੁਰਬਾਨੀ ਹੈ ਇਹ ਸੇਧ ਤੋਂ ਹੀ ਲਈ ਕੁਰਬਾਨੀ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਜਿਹੜੀ ਕੁਰਬਾਨੀ ਦਿੱਤੀ ਸੀਗੀ ਵੀ ਜੇ ਮੇਰਾ ਜਨੇਊ ਲਾ ਦੋਗੇ ਤੇ ਫਿਰ ਇਹ ਤੁਸੀਂ ਫਿਰ ਇਹਨਾਂ ਦਾ ਪੰਡਤਾਂ ਦਾ ਵੀ ਲਾ ਲਓਗੇ। ਪਰ ਇਵੇਂ ਜਸਵੰਤ ਸਿੰਘ ਨੇ ਆਪਣਾ ਵਿਜ਼ਿਟਰ ਕਾਰਡ ਦਿੱਤਾ ਸੀਗਾ, ਉੱਥੋਂ ਹੀ ਸੇਧ ਸੀਗੀ ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੀ ਤੁਸੀਂ ਪਹਿਲਾਂ ਇਹਨਾਂ ਨੂੰ ਇਸ ਬੰਦੇ ਨੂੰ ਮਨਾ ਲਓ ਵੀ ਇਹ ਸਾਡੇ ਕੋਲੋਂ ਪਟੀਸ਼ਨਾਂ ਕਰਾਉਂਦਾ, ਇਹ ਸਾਡੇ ਕੋਲ ਸਾਰਾ ਕਰਦਾ। ਇਹ ਜਿਹੜੀ ਜਸਵੰਤ ਸਿੰਘ ਦੀ ਕੁਰਬਾਨੀ ਹੈ, ਕਿਉਂਕਿ ਜਸਵੰਤ ਸਿੰਘ ਨੇ ਕੋਈ ਹਥਿਆਰ ਨਹੀਂ ਚੱਕਿਆ, ਕਦੇ ਵੀ ਇਹ ਨਹੀਂ ਕਿਹਾ ਵੀ ਜਿਹੜੀ ਗਲਤ ਗੱਲ ਆ ਉਹਨੂੰ ਗਲਤ ਨਹੀਂ ਕਿਹਾ। ਹਿਊਮਨ ਰਾਈਟਸ ਦੇ ਘੇਰੇ ਦੇ ਵਿੱਚ ਲਿਆ ਕੇ ਪਲੇਟਫਾਰਮ ਦੇ ਉੱਤੇ ਖੜ੍ਹ ਕੇ ਗੱਲ ਕੀਤੀ, ਸਾਰੀ ਦੁਨੀਆ ਨੇ ਇਹ ਗੱਲ ਸੁਣੀ। ਕੈਨੇਡਾ ਜਾਣ ਨਾਲ, ਪਾਰਲੀਮੈਂਟ ਦੇ ਵਿੱਚ ਕੇਸ ਜਾਣ ਦੇ ਨਾਲ ਇਹ ਜ਼ਿਆਦਾ ਹਾਈਲਾਈਟ ਹੋ ਗਿਆ ਕੇਸ। ਤੇ ਅਸੀਂ ਤਾਂ ਇਹੋ ਹੀ ਵੇਖਦੇ ਹਾਂ ਕਿ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਸੀ 78 ਤੋਂ ਲੈ ਕੇ 84 ਤੱਕ, ਤੇ ਜਸਵੰਤ ਸਿੰਘ ਵੀ ਜਿੰਨਾ ਕੁ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈ ਸੀ ਉਹਦੇ ਵਿੱਚ ਜਿੰਨਾ ਵੀ ਉਹ ਕੰਮ ਕਰ ਸਕੇ ਉਹਨਾਂ ਨੇ ਬਖੂਬੀ, ਮੈਨੂੰ ਲੱਗਦਾ ਵੀ ਮੈਨੂੰ ਕਹਿਣਾ ਚਾਹੀਦਾ ਵੀ ਬਖੂਬੀ ਉਹਨਾਂ ਨੇ ਇਹ ਕੰਮ ਕੀਤਾ। ਨਹੀਂ ਜਾਨ ਦੀ ਪਰਵਾਹ ਕੀਤੀ, ਨਹੀਂ ਆਪਣੇ ਬੱਚਿਆਂ ਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਪਰਵਾਹ ਕੀਤੀ। ਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਉਹਨਾਂ ਦੇ ਨਾਂ 'ਤੇ ਪਾਰਕ ਬਣ ਰਹੇ ਆ, ਉਹਨਾਂ ਦੇ ਨਾਂ 'ਤੇ ਪਿਛਲੇ ਸਾਲ 25ਵੀਂ ਬਰਸੀ ਸੀਗੀ ਉਹਨਾਂ ਦੀ, ਤੇ ਬਹੁਤ ਸਾਰੇ ਸ਼ਹਿਰਾਂ ਨੇ ਜਸਵੰਤ ਸਿੰਘ ਨੂੰ ਡੈਡੀਕੇਟ ਕੀਤਾ ਹੈ ਨਾ। ਡੈਕਸੀ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਇੱਕ ਹਾਲ ਦਾ ਨਾਂ ਜਸਵੰਤ ਸਿੰਘ ਖਾਲੜਾ ਹਾਲ ਰੱਖਿਆ। ਇਹ ਸਾਰਾ ਕੁਝ ਮੈਨੂੰ ਲੱਗਦਾ ਵੀ ਸੱਚਾਈ 'ਤੇ ਆਧਾਰਿਤ ਹੈ, ਸਾਡੀ ਇਹਦੇ ਵਿੱਚ ਕੋਈ ਮਿਹਨਤ ਨਹੀਂ, ਕੁਛ ਨਹੀਂ। ਸਮਝਦਾਰ ਲੋਕ ਇਹ ਗੱਲਾਂ ਸਮਝਦੇ ਆ ਔਰ ਇਹ ਕਰਦੇ ਆ। ਧੰਨਵਾਦ ਵੀ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਸਾਡਾ ਇੰਨਾ ਵੱਡਾ ਲਗਾਤਾਰ ਸਹਿਯੋਗ ਜਿਹੜਾ ਅੱਜ ਤੱਕ ਵੀ ਸਾਡਾ ਕਰਦੇ ਆ। ਧੰਨਵਾਦ ਤਾਂ ਜਿਹੜਾ ਹੈ ਪੰਜਾਬ ਵਾਸੀਆਂ ਵੱਲੋਂ ਤੁਹਾਨੂੰ ਕਹਿਣਾ ਬਣਦਾ ਹੈ ਜ਼ਰੂਰ, ਕਿਉਂਕਿ ਤੁਸੀਂ ਵੀ ਉਸ ਤੋਂ ਬਾਅਦ ਬਹੁਤ ਲੜਾਈ ਲੜੀ ਹੈ। ਜਸਵੰਤ ਸਿੰਘ ਖਾਲੜਾ ਜੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਨੌਜਵਾਨਾਂ ਦਾ ਡਾਟਾ ਚੱਕ ਕੇ ਲਿਆਏ ਨੇ ਜਿਨ੍ਹਾਂ ਨੂੰ ਖਪਾ ਦਿੱਤਾ ਗਿਆ ਸੀਗਾ।
ਉਹਦੇ ਨਾਲ ਹੁਣ ਤੁਸੀਂ ਪੰਜਾਬ ਦੇ ਦੌਰ ਨੂੰ ਕਿੱਦਾਂ ਦੇਖਦੇ ਹੋ? ਇਸ ਸਮੇਂ ਕੀ ਜ਼ਰੂਰਤਾਂ ਨੇ ਪੰਜਾਬ ਦੀਆਂ? ਔਰ ਜਿਵੇਂ ਹੁਣ ਸਰਬੱਤ ਖਾਲਸਾ ਹੋਇਆ ਸੀਗਾ, ਹੁਣ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਬਰਗਾੜੀ ਦਾ ਮਸਲਾ ਹੈਗਾ ਆ, ਬਹੁਤ ਕੁਝ ਚੱਲ ਰਿਹਾ ਹੈ ਪੰਜਾਬ ਦੇ ਵਿੱਚ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਵੇਖੋ ਜੀ, ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਸਵੰਤ ਸਿੰਘ ਦਾ ਇਹ ਜਿਹੜਾ ਨਕਾਬ ਇਹਦਾ ਲਾਇਆ ਹੈ ਸਰਕਾਰ ਦਾ, ਉਹ ਮੈਨੂੰ ਲੱਗਦਾ ਹੈ ਵੀ ਇਹਦੇ ਨਾਲ ਬਹੁਤ ਕੁਝ ਨੰਗਾ ਹੋ ਗਿਆ। ਫਿਰ KPS ਗੱਲ ਨੇ ਸਮਝੋ ਵੀ ਇਹ ਕ੍ਰਾਈਟੀਰੀਆ ਬਣਾ ਲਿਆ ਵੀ ਬੰਦੇ ਜਿਹੜਾ ਵੀ ਤੁਹਾਨੂੰ ਲੱਭਦਾ ਹੈ, ਜਿਹੜਾ ਆਪਦੇ ਆਪ ਨੂੰ ਸਿੱਖ ਸਮਝਦਾ, ਉਹਨੂੰ ਮਾਰੋ ਅਤੇ ਉਹਨੂੰ ਖਪਾ ਦਿਓ ਅਤੇ ਲਾਸ਼ ਵੀ ਨਾ ਦਿਓ। ਕਿਉਂਕਿ ਰੌਲਾ ਪੈਂਦਾ ਸੀ ਭੋਗਾਂ 'ਤੇ, ਲੱਖ ਲੱਖ ਦੇ ਇਕੱਠ ਹੋਣੇ ਸ਼ੁਰੂ ਹੋ ਗਏ ਜਦੋਂ ਮੁੰਡਿਆਂ ਨੂੰ ਮਾਰ ਕੇ ਤੇ ਭੋਗ ਪਾਉਂਦੇ ਸੀ ਘਰ ਦੇ, ਤੇ ਸ਼ਰੇਆਮ ਇਕੱਠ ਹੁੰਦਾ ਸੀ। ਜਿਵੇਂ ਜਟਾਣਾ ਜੀ ਦਾ 4 ਸਤੰਬਰ ਨੂੰ ਹੋਇਆ ਸੀਗਾ, ਲੱਖਾਂ ਦਾ ਇਕੱਠ ਹੋਇਆ ਸੀ। ਲੱਖਾਂ ਦਾ ਇਕੱਠ ਆ ਜਗਰਾਜ ਸਿੰਘ ਤੂਫਾਨ ਦੇ ਕਹਿੰਦਾ ਬਹੁਤ ਜ਼ਿਆਦਾ ਤਕੜਾ ਇਕੱਠ ਹੋਇਆ ਸੀ। ਤੇ ਜਿਹੜਾ ਜਟਾਣਾ ਹੈ ਉਹਦੀ ਕਿਵੇਂ ਉਹਦੀ ਬਾਡੀ ਹੈ ਜਿਵੇਂ ਚੀਰੀ ਹੋਈ ਹੈ ਤੇ ਕਿਵੇਂ ਪ੍ਰੈਸਾਂ ਲੱਗੀਆਂ, ਤੇ ਉਹਦਾ ਮੁਕਾਬਲਾ ਇਹ ਕਹਿੰਦੇ ਆ ਵੀ ਮੁਕਾਬਲਾ ਹੋ ਗਿਆ ਉਹਦਾ। ਇਹ ਸਾਰਾ ਕੁਝ ਦਬਾਉਣ ਦੇ ਲਈ ਇਹਨਾਂ ਨੇ ਇਹ ਲਾਵਾਰਸ ਸ਼ਬਦ ਕੱਢ ਲਿਆ ਔਰ ਇਵੇਂ ਬੱਚਿਆਂ ਨੂੰ ਮਾਰ ਕੇ ਖਪਾਉਣਾ ਸ਼ੁਰੂ ਕਰਤਾ। ਪਰ ਜਸਵੰਤ ਸਿੰਘ ਨੇ ਉਸ ਤੋਂ ਬਾਅਦ ਕੀ ਕੀਤਾ, ਕੋਰਟਾਂ ਦੇ ਵਿੱਚ ਗਏ, ਕੋਰਟਾਂ ਨੇ ਨਹੀਂ ਪ੍ਰੋਪਰ ਗੱਲ ਸੁਣੀ ਹੈ ਨਾ, ਉਹਨਾਂ ਨੇ ਪਰਿਵਾਰਾਂ ਨੂੰ ਦਬਾਉਣਾ ਸ਼ੁਰੂ ਕਰਤਾ, ਲਾਲਚ ਦੇਣੇ ਸ਼ੁਰੂ ਕਰਤੇ, ਤੇ ਪਰਿਵਾਰ ਵੀ ਕੁਛ ਅੱਗੇ ਆਏ ਕੁਛ ਨਹੀਂ ਆਏ। ਤੇ ਫਿਰ ਜਸਵੰਤ ਸਿੰਘ ਨੇ ਦੂਜੀ ਗੱਲ ਕਹੀ ਸੀ ਤੇ ਵੀ ਨਹੀਂ ਤਾਂ ਫਿਰ ਮੈਂ ਪਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦੇਵਾਂਗਾ, ਔਰ ਉਹ ਤਰਜੀਹ ਵੀ ਉਹਨਾਂ ਨੇ ਸਿਰ ਮੱਥੇ ਕਬੂਲ ਕਰ ਲਈ। ਪਰਮਾਤਮਾ ਨੇ ਜਿਵੇਂ ਇੱਕ ਸ਼ਹਾਦਤ ਦੇ ਨੇੜੇ ਸੀ ਉਹਨਾਂ ਦਿਨਾਂ ਦੇ ਵਿੱਚ ਉਹ, ਤੇ ਸ਼ਹਾਦਤ ਵੀ ਉਹਨਾਂ ਦੇ ਕਹੇ ਅਨੁਸਾਰ, ਜਿਵੇਂ ਉਹਨਾਂ ਨੇ ਮਤਲਬ ਇਹ ਨਹੀਂ ਹੋਇਆ ਵੀ ਉਹਨੂੰ ਚਾਹੁੰਦੇ ਤਾਂ ਉਹ ਬਾਅਦ 'ਚ ਕਹਿੰਦੇ ਰਹੇ ਆ, ਪੁਲਿਸ ਅਫਸਰ ਜਿਹੜਾ DR ਭੱਟੀ ਸੀ ਉਹ ਕਹਿੰਦਾ ਰਿਹਾ ਵੀ ਅਸੀਂ ਬੰਦਾ ਤਾਂ ਠੀਕ ਲਿਆਂਦਾ ਪਰ ਗਲਤ ਤਰੀਕੇ ਨਾਲ ਚੱਕ ਲਿਆ, ਸਾਨੂੰ ਘਰੋਂ ਨਹੀਂ ਸੀ ਚੱਕਣਾ ਚਾਹੀਦਾ। ਘਰੋਂ ਯਾਨੀ ਕਿ ਕਿੰਨੀ ਤਰੀਕ ਨੂੰ ਘਰੋਂ ਚੁੱਕਿਆ? ਉਦੋਂ ਤੁਸੀਂ ਕਿੱਥੇ ਮੌਜੂਦ ਸੀ? ਜਸਵੰਤ ਸਿੰਘ ਨੂੰ 6 ਸਤੰਬਰ 1995 ਨੂੰ ਐਸੇ ਘਰ 'ਚੋਂ ਚੱਕਿਆ, ਤੇ ਮੈਂ ਉਸ ਵੇਲੇ ਯੂਨੀਵਰਸਿਟੀ ਜੋਬ ਕਰਦੀ ਸੀਗੀ ਤੇ ਮੈਂ ਜੋਬ 'ਤੇ ਜਾ ਚੁੱਕੀ ਸੀਗੀ। ਪਰ ਮੈਨੂੰ ਰਸਤੇ ਵਿੱਚ ਪੁਲਿਸ ਮਿਲੀ ਆ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਮਾਂਡੋ ਵਗੈਰਾ ਖੜੇ ਕੀਤੇ ਹੋਏ ਸੀਗੇ, ਤੇ ਉਹ ਮੈਨੂੰ ਸਾਰੇ ਮਿਲੇ ਆ, ਪਰ ਮੈਨੂੰ ਇਹ ਨਹੀਂ ਸੀ ਤੁਸੀਂ ਪਤਾ। ਪੈਦਲ ਹੀ ਜਾ ਰਹੇ ਸੀ? ਹਾਂਜੀ, ਯੂਨੀਵਰਸਿਟੀ ਮੇਥੋਂ ਹਾਂਜੀ 5-7 ਮਿੰਟ ਦਾ ਹੀ ਰਸਤਾ ਹੈ ਇੱਥੋਂ। ਤੇ ਪਰ ਮੈਨੂੰ ਛੇਤੀ ਉੱਥੇ ਫੋਨ ਚਲੇ ਗਿਆ, ਹਜੇ ਤਾਂ ਮੈਂ ਜਾ ਕੇ ਆਪਣਾ ਵੀ ਰੱਖਿਆ ਹੀ ਸੀ ਬੈਗ, ਤੇ ਉਦੋਂ ਹੀ ਫੋਨ ਆ ਗਿਆ ਘਰੋਂ ਵੀ ਘਰੇ ਆਓ। ਤੇ ਤੇ ਮੈਂ ਇੱਥੇ ਜਸਵੰਤ ਸਿੰਘ ਖਾਲੜਾ ਜੀ ਉਦੋਂ ਕੀ ਕਰ ਰਹੇ ਸੀ ਜਦੋਂ ਤੁਸੀਂ ਗਏ? ਜਸਵੰਤ ਸਿੰਘ ਖਾਲੜਾ ਉਸ ਵੇਲੇ ਤਾਂ ਪਹਿਲਾਂ ਤਾਂ ਉਹ ਤਿਆਰ ਤੁਰ ਹੋਏ ਸੀਗੇ ਔਰ ਬਾਹਰ ਕਾਰ ਵਾਸ਼ ਕਰ ਰਹੇ ਸੀਗੇ। ਮੇਰੇ ਹੁੰਦਿਆਂ ਉਹਨਾਂ ਨੇ ਪਾਈਪ ਲਾਈ ਆ, ਮੇਰੇ ਹੁੰਦਿਆਂ ਗੱਡੀ ਬਾਹਰ ਕੱਢੀ ਆ। ਬਟ ਤੁਸੀਂ ਇਮੈਜਿਨ ਕਰੋ ਵੀ ਜਦੋਂ ਮੈਂ ਆਈ ਹਾਂ ਅੱਧਾ ਘੰਟਾ ਲੱਗ ਗਿਆ ਹੋਊਗਾ ਮੈਨੂੰ, ਕਿਉਂਕਿ ਮੈਨੂੰ ਰਸਤੇ 'ਚ ਹੀ ਉਹ ਮਿਲ ਗਿਆ ਜਿਹੜਾ ਇੱਥੇ ਘਰ 'ਚ ਬੰਦਾ ਸੀਗੇ। ਅਸੀਂ ਉਹ ਫਿਰ ਇੱਥੇ ਨੇੜੇ ਸਾਡੇ ਠਾਣਾ ਹੈ, ਉੱਥੋਂ ਪਤਾ ਕਰਨ ਗਏ ਤਾਂ ਆਉਂਦਿਆਂ ਅੱਧੇ ਕੁ ਘੰਟੇ 'ਚ ਤੇ ਪਾਣੀ ਵਾਲੀ ਪਾਈਪ ਚੱਲ ਰਹੀ ਸੀਗੀ ਆਉਂਦਿਆਂ ਨੂੰ। ਮੈਨੂੰ ਮੇਰਾ ਮਤਲਬ ਵੀ ਉਹ ਪਾਣੀ ਵਾਲੀ ਪਾਈਪ ਵੀ ਬੰਦ ਨਹੀਂ ਕਰ ਸਕੇ ਬਾਹਰੋਂ ਬਾਹਰ, ਕਿਉਂਕਿ ਉਹਨਾਂ ਨੂੰ ਮੌਕਾ ਮਿਲ ਹੀ ਇਹੋ ਜਿਹਾ ਮਿਲ ਗਿਆ ਵੀ ਉਹਨਾਂ ਨੂੰ ਅੰਦਰ ਨਹੀਂ ਆਉਣਾ ਪਿਆ, ਬਾਹਰੋਂ ਹੀ ਉਹ ਉਹਨਾਂ ਨੇ ਉੱਥੋਂ ਕੈਪਚਰ ਕਰਕੇ। ਤੇ ਜੋ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਕੋਈ ਵੈਨ ਲੈ ਕੇ ਆਏ ਆ ਉਹ, ਉਹਨਾਂ ਨੇ ਇਸ ਤਰ੍ਹਾਂ ਸ਼ੋਅ ਕੀਤਾ ਵੀ ਕੋਈ ਜਿਵੇਂ ਐਡਰੈਸ ਪੁੱਛ ਰਹੇ ਹੁੰਦੇ ਆ ਕਿਸੇ ਦਾ, ਤੇ ਜਦੋਂ ਉਹ ਨਿਉ ਕੇ ਵੇਖਣ ਲੱਗੇ ਪੜ੍ਹਨ ਲੱਗੇ ਵੀ ਕਿਹਦਾ ਐਡਰੈਸ ਹੈ, ਤੇ ਉਹਨਾਂ ਨੇ ਵੀ ਪਾ ਕੇ ਗੁਲਾਮਾਂ 'ਤੇ ਗੱਡੀ ਵਿੱਚ ਲੈ ਗਏ। ਉਸੇ ਵੇਲੇ ਰੌਲਾ ਪੈ ਗਿਆ। 7 ਤਰੀਕ ਦੀਆਂ ਮੇਨ ਹਰ ਅਖਬਾਰ ਦੇ ਵਿੱਚ ਫਰੰਟ ਪੇਜ 'ਤੇ ਖਬਰਾਂ ਲੱਗੀਆਂ ਵੀ ਜਸਵੰਤ ਸਿੰਘ ਖਾਲੜਾ ਨੂੰ ਚੱਕ ਲਿਆ ਪੁਲਿਸ ਨੇ। ਸਾਨੂੰ ਉਦੋਂ ਤਾਂ ਲੱਗਦਾ ਸੀਗਾ ਵੀ ਇਹ ਮਸਲਾ ਹੋਣਾ ਤੇ ਹੱਲ ਦਬਾਅ ਪੈਣ ਨਾਲ ਹੀ ਹੈ, ਫਿਰ ਹੀ ਜਸਵੰਤ ਸਿੰਘ ਨੂੰ ਛੱਡਣਗੇ। ਦਬਾਅ ਵੀ ਅੰਤਾਂ ਦਾ ਪਿਆ, ਕੋਈ ਥੋੜ੍ਹਾ ਦਬਾਅ ਨਹੀਂ ਪਿਆ। ਇੰਟਰਨੈਸ਼ਨਲ ਲੈਵਲ 'ਤੇ ਗੱਲ ਚੱਲੀ, ਪਰ ਉਹਨਾਂ ਨੇ ਇਹ ਮਿਥ ਲਿਆ ਵੀ ਇਸ ਬੰਦੇ ਨੂੰ ਛੱਡਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਜੋ ਰਿਕਾਰਡ ਸੀ ਉਹ ਤਾਂ ਸਾਰਾ ਬਾਹਰ ਆ ਗਿਆ ਸੀਗਾ। ਕਿਉਂਕਿ ਕੈਨੇਡਾ ਦੀ ਪਾਰਲੀਮੈਂਟ ਵਿੱਚ, ਇੰਗਲੈਂਡ, ਹੋਰ ਜਿੱਥੇ ਜਿੱਥੇ ਵੀ, ਮਨੀਲਾ, ਜਿੱਥੇ ਜਿੱਥੇ ਵੀ ਇਹ ਰਿਕਾਰਡ ਪਹੁੰਚ ਗਿਆ ਸੀ, ਉਹਨਾਂ ਨੂੰ ਪਤਾ ਸੀ ਰਿਕਾਰਡ 'ਤੇ ਹੁਣ ਵਾਪਸ ਨਹੀਂ ਹੋਣਾ, ਤੇ ਇਹ ਬੰਦੇ ਨੂੰ ਨਹੀਂ ਹੁਣ ਛੱਡਣਾ ਚਾਹੀਦਾ। ਤੇ ਉਹਨਾਂ ਨੇ ਪੂਰੀ ਮਤਲਬ ਜ਼ਿੰਮੇਵਾਰੀ ਨਾਲ ਇਹ ਕਿਹਾ ਵੀ ਇਹ ਜਸਵੰਤ ਸਿੰਘ 25,000 ਲਾਵਾਰਸ ਲਾਸ਼ਾਂ ਦਾ ਹਿਸਾਬ ਮੰਗਦਾ, ਤੇ ਅਸੀਂ 25,000 ਦੇ ਨਾਲ 25,000 ਇੱਕ ਦਾ ਵੀ ਦੇ ਦਾਂਗੇ। ਪੂਰੇ ਚੈਲੰਜ ਦੇ ਨਾਲ ਜਸਵੰਤ ਸਿੰਘ ਨੂੰ ਚੱਕਿਆ ਗਿਆ ਔਰ ਸ਼ਹੀਦ ਕੀਤਾ ਗਿਆ।
ਲਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਵੀ ਲਵਾਰਿਸ ਕਰ ਦਿੱਤਾ। ਫਿਰ ਉਹ ਜਿਹੜਾ ਸਮਾਂ ਸੀਗਾ ਜਦੋਂ ਤੁਹਾਡੇ ਨਾਲ ਪਹਿਲਾਂ ਬੈਠਦੇ ਸੀਗੇ, ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਹੋਣਗੇ, ਕਿਸ ਤਰੀਕੇ ਨਾਲ ਰੋਜ਼ ਉਹ ਪਿੰਡਾਂ 'ਚ ਜਾਂਦੇ ਸੀਗੇ ਜਿੱਥੇ ਜਿੱਥੇ ਨੌਜਵਾਨਾਂ ਦਾ ਹੁੰਦਾ ਸੀਗਾ, ਉਹ ਕਿੱਦਾਂ ਕਿੱਦਾਂ ਡਾਟਾ ਲੈ ਕੇ ਆਉਂਦੇ ਸੀਗੇ, ਤੁਹਾਡੇ ਕੋਲ ਡਾਇਰੀਆਂ 'ਚ ਲਿਖਦੇ ਸੀ, ਕੀ ਕਰਦੇ ਸੀ? ਹਾਂ, ਉਹਨਾਂ ਦੀਆਂ ਪਰਸਨਲ ਡਾਟਾ ਸੀਗਾ। ਉਹਨਾਂ ਦੇ ਨਾਲ ਇੱਕ ਟੀਮ ਸੀਗੀ ਜਿਨ੍ਹਾਂ ਕੋਲੇ ਕੈਮਰੇ ਵੀ ਸੀਗੇ, ਜਿਹੜੇ ਉਹ ਵੀਡੀਓ ਵੀ ਬਣਾ ਲੈਂਦੇ ਸੀਗੇ। ਜਾਂ ਜਿਵੇਂ ਹੁਣ ਜਦੋਂ ਸ਼ਮਸ਼ਾਨ ਘਾਟਾਂ ਦੀ ਉਹਨਾਂ ਨੇ ਵੀਡੀਓ ਵੀ ਬਣਾਈ ਨਾਲ ਪ੍ਰੋਪਰ। ਉਹ ਰਾਮ ਨਾਰਾਇਣ ਕੁਮਾਰ ਇੱਕ ਆਥਰ ਵੀ ਸੀ, ਹਿਊਮਨ ਰਾਈਟਸ ਐਕਟਿਵਿਸਟ ਸੀਗਾ, ਅਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ। ਅਤੇ ਉਹ ਨਾਲ ਸੀਗੇ ਟੀਮ ਦੇ। ਕਈ ਵਾਰੀ ਜਸਵੰਤ ਸਿੰਘ ਵੀ ਜਿਵੇਂ ਗੱਲਾਂ ਤਾਂ ਮੈਂ ਸਮਝਦੀ ਸੀ ਸਾਰੀਆਂ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਪਰ ਉਸ ਵੇਲੇ ਇਹ ਲੱਗਦਾ ਸੀ ਵੀ ਜਸਵੰਤ ਸਿੰਘ ਠੀਕ ਕੰਮ ਕਰ ਰਿਹਾ। ਇਹ ਨਹੀਂ ਮੈਂ ਕਦੇ ਸੋਚ ਸਕੀ ਵੀ ਉਹਨਾਂ ਦੀ ਜਾਨ ਨੂੰ ਵੀ ਐਡਾ ਵੱਡਾ ਖਤਰਾ ਹੋ ਸਕਦਾ। ਕਈ ਲੋਕ ਸੋਚਦੇ ਸੀ ਵੀ ਪੁਲਿਸ ਵਾਲੇ ਬੜੇ ਐਡੇ ਜ਼ਾਲਮ ਹੈ, ਇਹ ਬੰਦੇ ਨੂੰ ਨਹੀਂ ਛੱਡਦੇ, ਪਰ ਮੈਨੂੰ ਐਂ ਲੱਗਦਾ ਸੀ ਵੀ ਬਿਨਾਂ ਗੁਨਾਹ ਕੀਤਿਆਂ ਕਿਵੇਂ ਬੰਦੇ ਨੂੰ ਮਾਰ ਤਾਂ ਨਹੀਂ ਨਾ ਸਕਦੇ, ਵੀ ਕੋਰਟਾਂ ਹੀ ਕਰਨਗੀਆਂ ਜੋ ਕਰਨਗੀਆਂ। ਪਰ ਹੋਇਆ ਇਹਦੇ ਉਲਟ ਸਾਰਾ ਕੁਛ, ਵੀ ਉਹਨਾਂ ਨੇ ਜੋ ਉਹ ਪਹਿਲਾਂ ਕਰਦੇ ਰਹੇ ਸੀਗੇ, ਇੱਕ ਮੋਹਰ ਲਾਤੀ ਉਹਨਾਂ ਨੇ ਵੀ ਜੇ ਅਸੀਂ ਇੰਨੇ ਬੰਦੇ ਮਾਰੇ ਆ ਤੇ ਤੂੰ ਵੀ ਉਹਨਾਂ 'ਚ ਹੀ ਹੈ। ਇਹ ਮਤਲਬ ਉਹਨਾਂ ਨੇ ਇੱਕ ਚੈਲੰਜ ਜੇ ਜਸਵੰਤ ਸਿੰਘ ਨੇ ਕਬੂਲਿਆ ਤੇ ਉਹਨਾਂ ਨੇ ਵੀ ਅੱਗੋਂ ਚੈਲੰਜ ਲਿਆ ਵੀ ਤੂੰ ਜਿਹੜੀ ਗੱਲ ਕਰਦਾ ਹੈ ਨਾ ਵੀ ਬੰਦੇ ਲਾਵਾਰਸ ਕੀਤੇ ਆ ਤੁਸੀਂ, ਤੇ ਅਸੀਂ ਤੈਨੂੰ ਵੀ ਕਰ ਸਕਦੇ ਹਾਂ। ਆਪਣੇ ਕੰਮ 'ਤੇ ਆਪੇ ਹੀ ਸਟੈਂਪ ਲਾਈ ਹੈ। ਜੇ ਕੋਈ ਮਤਲਬ ਸਮਝਣ ਵਾਲੀ ਗੱਲ ਇਹੋ ਹੀ ਹੈ ਇਤਿਹਾਸ ਦੇ ਵਿੱਚ ਰੱਖਣ ਵਾਲੀ, ਵੀ ਉਹਨਾਂ ਨੇ ਆਪਣੇ ਕੰਮ 'ਤੇ ਮੋਹਰ ਲਾਤੀ। ਕਿੰਨਾ ਸਮਾਂ ਫਿਰ ਇਸ ਜਹਿਦ ਵਿੱਚ ਲੰਘਿਆ ਕਿ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਤਲ ਕੀਤਾ ਆ, ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਆ, ਉਹਨਾਂ ਨੂੰ ਕਿੰਨਾ ਸਮਾਂ ਕੋਰਟਾਂ ਦੇ ਲਈ ਤੁਹਾਨੂੰ ਚੱਕਰ ਮਾਰਨੇ ਪਏ ਸਜ਼ਾ ਦੇ ਲਈ? ਅਸੀਂ ਤਾਂ ਜੀ 6 ਸਤੰਬਰ ਨੂੰ ਲੈ ਕੇ ਗਏ ਆ, 7 ਦੀ ਅਸੀਂ ਵੇਟ ਕੀਤੀ ਹੈ, 8 ਨੂੰ ਅਸੀਂ ਸੁਪਰੀਮ ਕੋਰਟ ਪਹੁੰਚ ਗਏ, 9 ਨੂੰ ਪਟੀਸ਼ਨ ਲੱਗ ਗਈ। ਉਸ ਦਿਨ ਤੋਂ ਅੱਜ ਤੱਕ ਜਸਵੰਤ ਸਿੰਘ ਖਾਲੜਾ ਦਾ ਕੇਸ ਤਾਂ 12 ਦੇ ਵਿੱਚ 2012 ਦੇ ਵਿੱਚ ਖਤਮ ਹੋ ਗਿਆ। ਮਤਲਬ ਉਹ ਪਹਿਲਾਂ ਸੁਪਰੀਮ ਕੋਰਟ ਤੋਂ CBI ਕੋਰਟ ਚੱਲਿਆ, CBI ਕੋਰਟ ਤੋਂ ਸੈਸ਼ਨ ਕੋਰਟ, ਫਿਰ ਹਾਈ ਕੋਰਟ, ਫਿਰ ਦੁਬਾਰਾ ਸੁਪਰੀਮ ਕੋਰਟ। ਕਿਉਂਕਿ ਪਹਿਲਾਂ ਤਾਂ ਅਸੀਂ ਅੱਗੇ ਲੱਗੇ ਸੀਗੇ, ਪਰ ਜਦੋਂ 2005 'ਚ ਥੋੜ੍ਹੀ ਬਹੁਤੀ ਸਜ਼ਾ ਹੋਈ ਤਾਂ ਫਿਰ ਉਹਨਾਂ ਨੇ ਇਹ ਸੋਚਿਆ ਵੀ ਸਾਨੂੰ ਸਜ਼ਾ ਸ਼ਾਇਦ ਗਲਤ ਹੋ ਗਈ ਹੈ ਅਤੇ ਸਾਨੂੰ ਤਾਂ ਮਾफ़ੀ ਕਰ ਦੇਣਾ ਚਾਹੀਦਾ ਸੀ, ਕਿਉਂਕਿ ਸਰਕਾਰਾਂ ਖੜੀਆਂ ਸੀਗੀਆਂ। ਬਾਦਲ ਦੀ ਸਰਕਾਰ ਖੜੀ ਸੀਗੀ, ਉਹਨੇ ਲਿਟੀਗੇਸ਼ਨ ਸੈੱਲ ਬਣਾ ਲਿਆ ਔਰ ਉਹਨਾਂ ਦੀ ਪੂਰੀ ਮਦਦ ਕੀਤੀ ਅਤੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹ ਕਿਉਂ ਤੁਸੀਂ ਇਸ ਪਾਸੇ ਨੂੰ ਤੁਰੇ ਆ, ਤੁਸੀਂ ਆਪਣੇ ਬੱਚੇ ਪਾਲੋ, ਤੁਸੀਂ ਜੋ ਤੁਹਾਨੂੰ ਚਾਹੀਦਾ ਦੱਸੋ, ਅਸੀਂ ਤੁਹਾਨੂੰ ਪੋਲੀਟੀਕਲੀ ਵੀ ਕੋਈ ਦੇ ਸਕਦੇ ਮਾਈਲਸ, ਕੋਈ ਜੋ ਵੀ ਤੁਹਾਨੂੰ ਚਾਹੀਦਾ। ਪਰ ਉਸ ਵੇਲੇ ਇੱਕ ਫੈਸਲਾ ਲੈਣ ਦੀ ਘੜੀ ਸੀ ਮੇਰੇ ਲਈ ਵੀ ਆਪਾਂ ਕਿਹੜੀ ਆਪਸ਼ਨ ਇਹਦੇ ਵਿੱਚੋਂ ਰੱਖਣੀ ਹੈ। ਕਿ ਆਪਾਂ ਸਮਾਜ ਦੇ ਵਿੱਚ ਜਿਹੜੀ ਇੰਨੀ ਜ਼ੁਲਮ ਹੋਇਆ ਕਿ ਉਹਨੂੰ ਉਜਾਗਰ ਕਰਨਾ, ਜਾਂ ਫਿਰ ਸਰਕਾਰ ਤੋਂ ਸਹੂਲਤਾਂ ਲੈ ਕੇ ਘਰੇ ਬਹਿ ਜਾਣਾ। ਅਤੇ ਮੈਨੂੰ ਲੱਗਦਾ ਉਸ ਵੇਲੇ ਦਾ ਸਹੀ ਫੈਸਲਾ ਇਹੋ ਹੀ ਸੀਗਾ ਕਿ ਅਸੀਂ ਕੋਰਟਾਂ ਦਾ ਰੁੱਖ ਅਖਤਿਆਰ ਕੀਤਾ ਔਰ ਉਸੇ ਕਾਨੂੰਨ ਦੇ ਵਿੱਚ ਜਾ ਕੇ ਜਿਹਦੇ ਵਿੱਚ ਸਾਡੇ ਨਾਮ ਲਾ ਕਾਨੂੰਨੀ ਹੋਈ ਹੈ, ਜਿਹਦੇ ਵਿੱਚ ਸਾਨੂੰ ਦੱਸਿਆ ਹੀ ਗਿਆ ਹੈ ਕਿ ਅਸੀਂ ਤਾਂ ਜਸਵੰਤ ਸਿੰਘ ਨਾ ਸਾਨੂੰ ਚਾਹੀਦਾ ਸੀ ਨਾ ਅਸੀਂ ਲੈ ਕੇ ਆਏ, ਉਸੇ ਕਾਨੂੰਨ ਦੇ ਵਿੱਚ ਜਾ ਕੇ ਅਸੀਂ ਦੁਨੀਆ ਨੂੰ ਦੱਸਿਆ ਹੈ ਕਿ ਖਾੜਕੂ ਕੌਣ ਸੀ। ਉਹ ਮੁੰਡੇ ਨਹੀਂ ਸੀ ਜਿਨ੍ਹਾਂ ਨੂੰ ਤੁਸੀਂ ਘਰਾਂ 'ਚੋਂ ਚੱਕ ਕੇ ਮਾਰਿਆ, ਜਿਨ੍ਹਾਂ ਦੇ ਟੱਬਰਾਂ ਦੀ ਟੱਬਰ ਤੁਸੀਂ ਖਤਮ ਕਰਤੇ। ਜੇ ਕੋਈ ਲਹਿਰ ਦੇ ਵਿੱਚ ਆਇਆ ਤਾਂ ਤੁਸੀਂ ਉਹਨਾਂ ਦੇ ਮਾਂ ਭਤੀਜੇ ਭਰਾ ਨਹੀਂ ਛੱਡੇ। ਅਤੇ ਇਹ ਇੱਕ ਬੜੀ ਵੱਡੀ ਗੱਲ ਸੀ, ਇੱਕ ਚੈਲੰਜ ਸੀਗਾ ਸਿੱਖ ਕੌਮ ਦੇ ਲਈ ਕਿ ਸਾਰਾ ਕੁਛ ਨੰਗਾ ਕਰੋ ਦੁਨੀਆ ਦੇ ਸਾਹਮਣੇ। ਅੱਜ ਜਸਵੰਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਾਰੀ ਦੁਨੀਆ ਨੂੰ ਸਕੂਨ ਜ਼ਰੂਰ ਮਿਲਦਾ ਹੋਣਾ ਕਿ ਵਾਕਿਆ ਹੀ ਕੋਈ ਜਸਵੰਤ ਸਿੰਘ ਨੇ ਜਿਹੜੀ ਗੱਲ ਦੁਨੀਆ ਦੇ ਸਾਹਮਣੇ ਰੱਖੀ ਆ ਕਿ ਤੁਸੀਂ ਅੱਤਵਾਦੀ ਆ, ਅਸੀਂ ਅੱਤਵਾਦੀ ਨਹੀਂ। ਜਿਹੜਾ ਸਿੱਖਾਂ ਦੇ ਉੱਤੇ ਐਡਾ ਵੱਡਾ ਲੇਬਲ ਲੱਗ ਗਿਆ ਸੀਗਾ ਕਿ ਕਿਉਂਕਿ ਜੋ ਮੀਡੀਆ ਪ੍ਰਜੈਂਟ ਕਰੀ ਜਾਂਦਾ ਸੀ ਨੈਸ਼ਨਲ ਲੈਵਲ ਦਾ, ਉਹ ਕੁਛ ਹੀ ਦੁਨੀਆ ਮੰਨੀ ਜਾਂਦੀ ਸੀ। ਪਰ ਜਦੋਂ ਇਹ ਸੱਚ ਸਾਹਮਣੇ ਆਇਆ ਤੇ ਅੱਜ ਕੋਈ ਇਹਨਾਂ ਕੋਲੇ ਵਕੀਲ, ਕੋਈ ਦਲੀਲ ਨਹੀਂ ਹੈ ਜਿੱਥੇ ਇਹ ਕਹਿ ਦੇਣ ਵੀ ਜਸਵੰਤ ਸਿੰਘ ਗਲਤ ਸੀਗਾ, ਜਿੱਥੇ ਇਹ ਕਹਿ ਦੇਣ ਵੀ ਇੰਨੇ ਜਿਹੜੇ ਲੋਕ ਲਾਪਤਾ ਕਰਕੇ ਖਪਾਏ ਆ ਉਹ ਗਲਤ ਸੀਗੇ। ਅਤੇ ਇਹ ਮੈਨੂੰ ਲੱਗਦਾ ਇਤਿਹਾਸ ਦੀ ਪ੍ਰਾਪਤੀ ਹੈ।
ਤੇ ਜਸਵੰਤ ਸਿੰਘ ਦੀ ਸ਼ਹਾਦਤ ਦਾ ਬਹੁਤ ਵੱਡਾ ਸੱਚ ਹੈ। ਲਗਭਗ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਦੱਸੀ ਜਾਂਦੀ। ਹਾਂਜੀ 2005 ਦੇ ਵਿੱਚ ਤਾਂ ਉਹਨਾਂ ਨੂੰ 2 ਨੂੰ ਉਮਰ ਕੈਦ ਤੇ 5 ਨੂੰ 7-7 ਸਾਲ ਦੀ ਸਜ਼ਾ ਹੋਈ ਸੀ। ਬਟ ਉਹਨਾਂ ਨੂੰ ਲੱਗਿਆ ਵੀ ਬਾਦਲ ਦੀ ਸਰਕਾਰ ਆ ਗਈ ਹੈ ਤੇ ਉਹਨਾਂ ਨੇ ਪਟੀਸ਼ਨ ਪਾ ਕੇ ਕਿਹਾ ਵੀ ਸਾਨੂੰ ਸਜ਼ਾ ਗਲਤ ਹੋਈ ਆ, ਪਰ ਰੱਬ ਦੇ ਘਰ ਦੇਰ ਅੰਧੇਰ ਨਹੀਂ ਤੇ ਉਹ ਸਾਰੀ ਸਜ਼ਾ ਜਿਹੜੀ ਉਹ ਕਨਵਰਟ ਹੋ ਗਈ ਹਾਈ ਕੋਰਟ ਤੋਂ ਉਮਰ ਕੈਦ ਵਿੱਚ ਸਾਰੇ ਬੰਦਿਆਂ ਦੀ। ਤੇ ਫਿਰ ਉਹਨਾਂ ਨੇ ਇੱਕ ਚਾਂਸ ਹੋਰ ਲਿਆ, ਸੁਪਰੀਮ ਕੋਰਟ ਚਲੇ ਗਏ ਵੀ ਸਾਨੂੰ ਹਾਈ ਕੋਰਟ ਨੇ ਸਜ਼ਾ ਗਲਤ ਕਰਤੀ, ਪਰ ਫਿਰ ਉੱਥੇ ਵੀ ਕਿਉਂਕਿ ਸਬੂਤ ਇੰਨੇ ਸੀਗੇ, ਗਵਾਹੀਆਂ ਸੀਗੀਆਂ, ਸਾਰਾ ਕੁਝ ਸੀਗਾ, ਫਿਰ ਚੰਗੇ ਸਾਡੇ ਕੋਲੇ ਕਾਬਲ ਵਕੀਲ ਸੀਗੇ, ਉਹਨਾਂ ਦੀ ਬਹਿਸ ਤੇ ਜੱਜ ਨੇ ਜਿਵੇਂ ਫੈਸਲਾ ਇਹੋ ਹੀ ਕੀਤਾ ਕਿ ਤੁਸੀਂ ਸੀਗੇ ਲਿਜਾਣ ਵਾਲੇ, ਜੇ ਫਾਈਨਲ ਡਿਸੀਜਨ ਇਹੋ ਹੀ ਸੀਗਾ ਵੀ ਜੇ ਤੁਸੀਂ ਕਸੂਰਵਾਰ ਨਹੀਂ ਤੇ ਫਿਰ ਤੁਹਾਨੂੰ ਪਰਮਜੀਤ ਕੌਰ ਦੀ ਮਦਦ ਕਰਨੀ ਚਾਹੀਦੀ ਸੀ। ਉਹ ਤੁਹਾਡੇ ਤੇ ਇਲਜ਼ਾਮ ਲਾ ਰਹੀ ਸੀ ਵੀ ਜਸਵੰਤ ਸਿੰਘ ਨੂੰ ਤੁਸੀਂ ਲੈ ਕੇ ਆਏ ਆ ਤੇ ਤੁਸੀਂ ਉਲਟਾ ਉਹਦੇ ਤੇ ਮੁਕੱਦਮੇ ਦਰਜ ਕਰਨੇ ਸ਼ੁਰੂ ਕਰ ਦਿੱਤੇ, ਤੇ ਜੇ ਤੁਸੀਂ ਨਹੀਂ ਸੀ ਅਸਲੀ ਬੰਦੇ ਲੱਭ ਦਿੰਦੇ ਤੇ ਤੁਸੀਂ ਤੇ ਗੁਨਾਹਗਾਰ ਹੋ, ਤੁਸੀਂ ਤੇ ਸਾਰੇ ਗਵਾਹਾਂ ਤੇ ਪਰਚੇ ਦਰਜ ਕਰਾਏ ਆ, ਕਿਸੇ ਤੇ ਰੇਪ ਕੇਸ ਹੈ, ਕਿਸੇ ਤੇ ਕੋਈ ਵੀ ਗਵਾਹ ਨਹੀਂ ਛੱਡਿਆ ਜਿਹਦੇ ਤੇ ਪਰਚੇ ਨਾ ਹੋਏ ਹੋਣ। ਤੇ ਈਵਨ ਸਾਡੇ ਵਕੀਲਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਵੀ ਉਹਨਾਂ ਨੂੰ ਇਹ ਥ੍ਰੈਟ ਕਰਦੇ ਰਹੇ ਆ ਵੀ ਅਸੀਂ ਤਾਂ ਛੁੱਟ ਹੀ ਜਾਣਾ ਤੇ ਬਾਅਦ 'ਚ ਅਸੀਂ ਤੁਹਾਨੂੰ ਵੇਖਾਂਗੇ। ਸਾਡੇ ਵਕੀਲਾਂ ਦੀਆਂ ਗੱਡੀਆਂ ਪਾਰਕਿੰਗ ਦੇ ਬਹਾਨੇ ਚੁੱਕ ਲੈਂਦੇ ਸੀ, ਉਹਨਾਂ ਦੀਆਂ ਹਵਾ ਕੱਢ ਦਿੰਦੇ ਸੀਗੇ ਤੇ ਸਿੱਧੇ ਥ੍ਰੈਟ ਸਾਨੂੰ ਆਉਂਦਿਆਂ ਜਾਂਦਿਆਂ ਮਿਲਦੇ ਸੀਗੇ। ਪਰ ਪਰਮਾਤਮਾ ਦੀ ਕਿਰਪਾ ਰਹੀ ਕਿ ਸਾਰੇ ਕੇਸ ਦੇ ਵਿੱਚੋਂ ਅਸੀਂ ਬਰੀ ਹੋ ਗਏ ਹਾਂ, ਮਤਲਬ ਅਸੀਂ ਸਮਾਜ ਦੇ ਵਿੱਚ ਮੂੰਹ ਦਿਖਾਉਣ ਜੋਗੇ ਹਾਂ। ਖਾਲੜਾ ਟੀਮ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਵਰਕ ਕੀਤਾ ਔਰ ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਵੀ ਜੇ ਕੋਈ ਲੜਾਈ ਦੇਣੀ ਹੈ ਤੇ ਆਪਣੀ ਜਾਨ ਵੀ ਖਤਰੇ 'ਚ ਪਾ ਕੇ ਦੇਣੀ ਪੈਂਦੀ ਹੈ, ਤੇ ਅਸੀਂ ਇਹ ਕੀਤਾ। ਈਵਨ ਉਸ ਵੇਲੇ ਦੇ ਹਾਲਾਤ ਇਹੋ ਜਿਹੇ ਸੀਗੇ ਕਿ ਲੋਕ ਮੈਨੂੰ ਇਹ ਕਹਿੰਦੇ ਸੀ ਕਿ ਤੁਸੀਂ ਬੱਚਿਆਂ ਨੂੰ ਸਕੂਲ ਨਾ ਭੇਜੋ, ਕਿਉਂਕਿ ਬੱਚੇ ਛੋਟੇ ਸੀਗੇ ਤੇ ਉਹ ਕਹਿੰਦੇ ਸੀ ਇਹ ਤੇ ਇਹਨਾਂ ਨੇ ਤਾਂ ਬੱਚੇ ਚੱਕ ਲੈਣੇ ਆ ਤੁਹਾਡੇ। ਪਰ ਪਰਮਾਤਮਾ ਨੇ ਕੋਈ ਹੌਂਸਲਾ ਦਿੱਤਾ ਜਿਹਦੇ ਵਿੱਚ ਮੈਂ ਨਾ ਤਾਂ ਬੱਚਿਆਂ ਦੇ ਸਕੂਲ ਚੇਂਜ ਕੀਤੇ, ਨਾ ਮੈਂ ਆਪਣੇ ਆਪ ਦੀ ਕੋਈ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਕੀਤਾ। ਹਾਲਾਂਕਿ ਸਰਕਾਰ ਮੈਨੂੰ ਕਹਿੰਦੀ ਸੀ, ਹਰ ਸਾਲ ਕਹਿੰਦੀ ਸੀ ਵੀ ਤੁਸੀਂ ਸਿਕਿਉਰਿਟੀ ਲੈ ਲਓ, ਪਰ ਅਸੀਂ ਇਹ ਸੋਚ ਲਿਆ ਸੀ ਵੀ ਅਸੀਂ ਜੋ ਵੀ ਕਰਨਾ ਹੈ ਆਪਣੇ ਦਮ 'ਤੇ ਕਰਨਾ, ਅਸੀਂ ਕੋਈ ਸਿਕਿਉਰਿਟੀ ਨਹੀਂ ਲੈਣੀ। ਜੇ ਸਾਨੂੰ ਕਿਸੇ ਨੇ ਮਾਰਨਾ ਤੇ ਮਾਰ ਦੇਵੇ, ਜੇ ਕਿਸੇ ਨੇ ਬੱਚੇ ਚੱਕਣੇ ਆ ਤੇ ਚੱਕ ਲਵੇ। ਪਰ ਉਹ ਮਜ਼ੇ ਦੀ ਗੱਲ ਲੀਡਰ ਦੀ ਲੈਕ ਹੈਗੀ ਹੈ, ਘਾਟ ਹੈਗੀ ਹੈ। ਇੱਕ ਚੰਗਾ ਸਿੱਖਾਂ ਨੂੰ ਲੀਡਰ ਚਾਹੀਦਾ ਤੇ ਜਿਹੜੇ ਸਿੱਖਾਂ ਦੇ ਵਿੱਚ ਪਾਟੋ ਧਾੜ ਬਹੁਤ ਜ਼ਿਆਦਾ ਹੈ, ਤੇ ਨਹੀਂ ਤਾਂ ਕੋਈ ਮਸਲਾ ਨਹੀਂ ਹੈਗਾ ਵੀ ਸਹੀ ਮਸਲੇ ਆ ਸਾਰੇ। ਬਰਗਾੜੀ ਦਾ ਮਸਲਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ, ਇਹ ਕੋਈ ਛੋਟੀ ਗੱਲ ਥੋੜ੍ਹੀ ਹੈ। ਇਹਦੇ ਵਿੱਚ ਵੀ ਸਾਡੀ ਪਾਟੋ ਧਾੜ ਹੈ ਕੌਮ ਦੇ ਵਿੱਚ, ਹੈ ਨਾ। ਜੇ ਇੱਕ ਲੱਗਦਾ ਹੈ ਅੱਗੇ ਤੇ ਦੂਜਾ ਨਹੀਂ ਲੱਗਦਾ, ਦੂਜੀ ਦੇ ਵਿੱਚ ਖਿੱਚੋ ਤਾਣ ਹੈ। ਹੋਰ ਵੀ ਬਹੁਤ ਸਾਰੀਆਂ ਕੱਲੀਆਂ ਸਿੱਖਿਆਂ ਦੀਆਂ, ਇਕੱਲੇ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਸਮੱਸਿਆ ਹੀ ਨਹੀਂ, ਘਰ ਘਰ ਹਰ ਬੰਦੇ ਦੀ ਸਮੱਸਿਆ ਹੈ ਨਾ। ਐਜੂਕੇਸ਼ਨ ਦੀ ਸਮੱਸਿਆ ਹੈ ਸਾਨੂੰ। ਇਹ ਜਿਹੜੇ ਬਿਲਕੁਲ ਇਹ ਜਿਹੜੀਆਂ ਸਮੱਸਿਆਵਾਂ ਸੀਗੀਆਂ ਇਹਨਾਂ ਨੂੰ ਮੇਨ ਲੀਡ ਤੇ ਰੱਖਿਆ ਗਿਆ ਸੀਗਾ, ਨਸ਼ੇ ਨੂੰ ਮੇਨ ਲੀਡ ਤੇ ਰੱਖਿਆ ਗਿਆ ਸੀਗਾ, ਸਹੁੰਆਂ ਚੁੱਕੀਆਂ ਗਈਆਂ ਸੀਗੀਆਂ, ਬਰਗਾੜੀ ਦਾ ਮਸਲਾ ਸੀਗਾ ਉਹ ਇੱਕ ਅਹਿਮ ਮਸਲਾ ਬਣ ਕੇ ਉੱਭਰਿਆ ਸੀਗਾ। ਉਦੋਂ ਵੀ ਨੌਜਵਾਨਾਂ ਦੀ ਬੇਰੁਜ਼ਗਾਰੀ ਦਾ ਮਸਲਾ ਜਿਹੜਾ ਸੀਗਾ ਉਹ ਅਹਿਮ ਬਣਿਆ ਸੀਗਾ। ਉਹ ਸਾਰੀਆਂ ਚੀਜ਼ਾਂ ਨੂੰ ਹੁਣ ਤੁਸੀਂ ਕਿੱਦਾਂ ਦੇਖਦੇ ਹੋ ਵੀ ਕਿੰਨਾ ਕੁ ਮਸਲੇ ਹੱਲ ਹੋ ਗਏ ਨੇ? ਅੱਜ ਵੀ ਦਰ ਤੇ ਕਿਸਾਨ ਜਿਹੜੇ ਨੇ ਅੱਜ ਉਹ ਠੋਕਰਾਂ ਖਾ ਰਹੇ ਨੇ। ਵੇਖੋ ਜੀ, ਤੁਹਾਨੂੰ ਸ਼ਾਇਦ ਯਾਦ ਹੋਊਗਾ 19 ਦੇ ਵਿੱਚ ਮੈਂ ਇਲੈਕਸ਼ਨ ਵੀ ਕੰਪੇਨ ਕੀਤੀ ਹੈ MP ਦੀ। ਇਹਦਾ ਮਕਸਦ ਕੋਈ ਮੇਰਾ ਇਲੈਕਸ਼ਨ ਜਿੱਤਣ ਵਾਲਾ ਵੀ ਜਿਵੇਂ ਉਵੇਂ ਨਹੀਂ ਜਿਵੇਂ ਲੋਕ ਇਲੈਕਸ਼ਨ ਜਿੱਤਦੇ ਆ ਔਰ ਮੁੜ ਕੇ ਮਾਰ ਧਾੜਾਂ ਕਰਦੇ ਆ ਤੇ ਸਭ ਕੁਛ ਕਰਦੇ, ਮੇਰਾ ਕੋਈ ਇਹੋ ਜਿਹਾ ਏਮ ਨਹੀਂ ਸੀਗਾ। ਜਸਵੰਤ ਸਿੰਘ ਦਾ ਮਸਲਾ ਬਈ ਜੋ ਉਹਦਾ ਮਸਲਾ ਸੀਗਾ, ਫਿਰ ਦੂਜੇ ਪੰਜਾਬ ਦੇ ਨਿੱਤ ਦਿਨ ਦੇ ਮਸਲੇ, ਪੰਜਾਬ ਦੇ ਵਿੱਚ ਮੁੱਦਿਆਂ ਦੀ ਤਾਂ ਰਾਜਨੀਤੀ ਨਹੀਂ ਰਹਿ ਗਈ। ਇੱਥੇ ਤੇ ਸੁਖਬੀਰ ਦੇ ਉਲਟ ਕੈਪਟਨ ਬੋਲੀ ਜਾਵੇ ਤੇ ਕੈਪਟਨ ਦੇ ਤੇ ਲੋਕ ਹੱਸੀ ਜਾਂਦੇ ਤੇ ਸੁਣੀ ਜਾਂਦੇ। ਇਹ ਕੋਈ ਬਹੁਤ ਵੱਡੀ ਟ੍ਰੈਜਡੀ ਆ ਸਾਡੀ ਕੌਮ ਦੇ ਲਈ, ਪੰਜਾਬ ਦੇ ਲਈ। ਐਡੀ ਜੁਝਾਰੂ ਸਾਡੇ ਲੋਕ ਆ। ਤੇ ਹੁਣ ਆ ਕਿਸਾਨ ਮੋਰਚਾ ਤੁਸੀਂ ਵੇਖ ਲਓ ਵੀ ਕਿੰਨੀ ਸਿਰੜ ਦੇ ਨਾਲ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਲੀਡ ਕਰ ਰਿਹਾ ਹੈ, ਸਾਰੇ ਨੈਸ਼ਨਲ ਮੋਰਚੇ ਨੂੰ ਲੀਡ ਕਰ ਰਿਹਾ ਹੈ ਨਾ। ਔਰ ਕਿੰਨੇ ਲੋਕ ਉੱਥੇ ਜਿਹੜੇ ਸ਼ਹੀਦ ਹੋ ਗਏ। ਇੰਟਰਨੈਸ਼ਨਲ ਪੱਧਰ ਤੇ ਐਡਾ ਲੰਮਾ ਮੋਰਚਾ ਕਦੇ ਚੱਲਿਆ ਹੀ ਨਹੀਂ। ਤੇ ਇਹ ਸਾਰਾ ਕੁਝ ਅਸੀਂ
ਵਾਚ ਕਰਦੇ ਹਾਂ, ਵੇਖਦੇ ਹਾਂ ਵੀ ਅਸੀਂ ਇਹ ਸੋਚਦੇ ਹਾਂ ਵੀ ਪੰਜਾਬ ਦੇ ਭਲੇ ਦੇ ਲਈ ਜੇ ਕੋਈ ਚੰਗੀ ਟੀਮ ਅੱਗੇ ਲੱਗਦੀ ਹੈ ਤੇ ਅਸੀਂ ਲੀਡ ਕਰਨ ਜੋਗੇ ਤਾਂ ਹੈ ਨਹੀਂ, ਕਿਉਂਕਿ ਸਾਡੇ ਕੋਲੇ ਨਾ ਤਾਂ ਮੈਨ ਪਾਵਰ ਹੈ ਤੇ ਨਾ ਮਨੀ ਪਾਵਰ ਹੈ। ਦੋਨੋਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਜੇ ਤੁਸੀਂ ਇਸ ਪਾਸੇ ਨੂੰ ਜਾਣਾ। ਪਰ ਇੰਨਾ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਅਸੀਂ ਚੰਗਿਆਈ ਦੇ, ਸੱਚਾਈ ਦੇ ਪਿੱਛੇ ਜ਼ਰੂਰ ਖੜਾਂਗੇ। ਅਸੀਂ ਜ਼ਰੂਰ ਇਸ 'ਚ ਕੋਈ ਜੇ ਸਾਡਾ ਕੋਈ ਯੋਗਦਾਨ ਪਾਉਣ ਦਾ ਮੌਕਾ ਬਣਦਾ ਤੇ ਅਸੀਂ ਜ਼ਰੂਰ ਪਾਵਾਂਗੇ, ਕਿਉਂਕਿ ਇਹ ਹੁਣ ਜਿਹੜੀ ਸਮਾਜਿਕ ਸਮੱਸਿਆ ਤਾਂ ਇਹ ਬਣੀ ਪਈ ਹੈ ਵੀ ਮੈਂ ਆਪਣੀ ਕੰਪੇਨ ਵਿੱਚ ਵੀ ਕਿਹਾ ਸੀ ਵੀ ਇੱਕ ਪੀੜ੍ਹੀ ਤਾਂ ਇਹਨਾਂ ਨੇ ਸਾਡੀ ਖਤਮ ਕਰਤੀ, ਮਾਰ ਹੀ ਦਿੱਤੀ, ਲਾਵਾਰਸ ਕਰਤੀ। ਦੂਜੀ ਪੀੜ੍ਹੀ ਸਾਡੀ ਨਸ਼ਿਆਂ 'ਚ ਡੋਬਤੀ ਤੇ ਤੀਜੀ ਪੀੜ੍ਹੀ ਸਾਰੀ ਵਿਦੇਸ਼ ਚਲੇ ਗਈ ਹੈ ਤੇ ਇੱਥੇ ਕੀ ਬਚਿਆ? ਇਹ ਸਾਰਾ ਕੁਝ ਸਾਨੂੰ ਸਮਝਣਾ ਪੈਣਾ ਵੀ ਅਸੀਂ ਮਨੋਵਿਗਿਆਨਕ ਤੌਰ 'ਤੇ ਇਹਦਾ ਐਨਾਲਿਸਿਸ ਨਹੀਂ ਕਰ ਰਹੇ। ਪੰਜਾਬ ਦੇ ਵਿੱਚ ਲੋਕ ਬਸ ਇਹ ਵੇਖ ਰਹੇ ਆ ਵੀ ਸਾਨੂੰ ਕੌਣ ਆਟਾ ਫ੍ਰੀ ਦਿੰਦਾ ਤੇ ਕੌਣ ਸਾਨੂੰ ਕਣਕ ਫ੍ਰੀ ਦਿੰਦਾ, ਕੌਣ ਚਾਹ ਪੱਤੀ ਨਾਲ ਦੇਈ ਜਾਂਦਾ, ਬਿਜਲੀ ਫ੍ਰੀ ਕਰੀ ਜਾਂਦਾ। ਇਹ ਮੈਟਰ ਨਹੀਂ, ਇਸ ਤਰ੍ਹਾਂ ਮਸਲੇ ਹੱਲ ਹੋਣੇ। ਸਾਨੂੰ ਕਿਸੇ ਚੰਗੇ ਲੀਡਰ ਦੀ ਲੋੜ ਹੈ ਇਸ ਵੇਲੇ। ਜਿੱਥੇ ਜਸਵੰਤ ਸਿੰਘ ਖਾਲੜਾ ਜੀ ਦਾ ਜੀਵਨ ਸੀਗਾ, ਜਿਸ ਤਰੀਕੇ ਨਾਲ ਉਹ ਚੱਲੇ, ਉਸੇ ਹੀ ਤਰੀਕੇ ਦੇ ਨਾਲ ਬੀਬੀ ਖਾਲੜਾ ਜੀ ਵੀ ਅੱਗੇ ਇਹੀ ਸੋਚ ਲੈ ਕੇ ਆਏ ਨੇ। ਔਰ ਜਸਵੰਤ ਸਿੰਘ ਖਾਲੜਾ ਜੀ ਪ੍ਰੇਰਿਤ ਕਿਸ ਤੋਂ ਸਨ? ਗੁਰੂ ਸਾਹਿਬਾਨ ਤੋਂ, ਉਹਨਾਂ ਸ਼ਹਾਦਤਾਂ ਤੋਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ, ਉਹ ਸਾਡੇ ਲਈ ਇੱਕ ਸਿੱਖਿਆ ਸੀਗੀ। ਉਸ ਸਿੱਖਿਆ 'ਤੇ ਚੱਲਦੇ ਹੋਏ ਜਸਵੰਤ ਸਿੰਘ ਖਾਲੜਾ ਵੀ ਹੱਕਾਂ ਦੀ ਖਾਤਰ ਲੜੇ ਨੇ, ਜੂਝੇ ਨੇ। ਉਹਨਾਂ ਨੇ ਪਹਿਲਾਂ ਹੀ ਇਹ ਬਿਆਨਬਾਜ਼ੀ ਦੇ ਦਿੱਤੀ ਸੀਗੀ ਕਿ ਇਸ ਤਰੀਕੇ ਦੇ ਨਾਲ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਉਹਦੇ ਲਈ ਜ਼ਿੰਮੇਵਾਰ ਇਹ ਹੋਣਗੇ, ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਪਤੇ ਸੀਗੇ, ਉਹਨਾਂ ਦਾ ਡਾਟਾ ਸੀਗਾ, ਉਹ ਕਲੈਕਟ ਕਰਕੇ ਬਹੁਤ ਦੂਰ ਤੱਕ ਇੰਟਰਨੈਸ਼ਨਲ ਪੱਧਰ 'ਤੇ ਪਹੁੰਚਾ ਦਿੱਤਾ ਗਿਆ ਸੀ, ਜਿਸ ਨਾਲ ਬਹੁਤ ਹਲਚਲ ਜਿਹੜੀ ਮਚ ਚੁੱਕੀ ਸੀਗੀ। ਔਰ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਜਵਾਬ ਦੇ ਬਣਨਾ ਪੈਣਾ ਸੀ, ਉਹਨਾਂ ਨੂੰ ਇਹਨਾਂ ਦੇ ਜਵਾਬ ਦੇਣੇ ਹੀ ਪੈਣੇ ਸੀਗੇ। ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਜੇ ਹੁਣ ਅਸੀਂ ਪੰਜਾਬ 'ਤੇ ਵੀ ਨਿਗਾਹ ਮਾਰਦੇ ਹਾਂ ਤਾਂ ਹੁਣ ਵੀ ਇਸ ਸਮੇਂ ਵੀ ਜਿਹੜੀ ਜ਼ਰੂਰਤ ਹੈ ਕਿਤੇ ਨਾ ਕਿਤੇ ਜਿਹੋ ਜਿਹੇ ਹਾਲਾਤ ਹੁਣ ਪੰਜਾਬ ਵਿੱਚ ਨੇ, ਜਿਹੋ ਜਿਹੇ ਮੁੱਦੇ ਹੁਣ ਪੰਜਾਬ ਵਿੱਚ ਨੇ, ਉਸ ਨੂੰ ਕਿਤੇ ਨਾ ਕਿਤੇ ਪਿੱਛੇ ਕਰਕੇ ਹੋਰ ਚੀਜ਼ਾਂ, ਆਟਾ ਦਾਲ ਦੀਆਂ ਸਕੀਮਾਂ ਜਾਂ ਹੋਰ ਚੀਜ਼ਾਂ ਨੂੰ ਜਿਹੜਾ ਅੱਗੇ ਕੀਤਾ ਜਾ ਰਿਹਾ। ਸੋ ਇਹ ਪੰਜਾਬ ਦੇ ਲੋਕਾਂ ਨੂੰ ਹੀ ਸਮਝਣਾ ਪੈਣਾ ਹੈ ਕਿ ਉਹਨਾਂ ਨੇ ਕਿਸ ਚੀਜ਼ ਦੇ ਲਈ ਲੜਨਾ ਹੈ ਔਰ ਕਿਹੜੀ ਚੀਜ਼ ਹੈ ਸਰਕਾਰਾਂ ਤੋਂ ਜਿਹੜੀ ਉਹ ਪ੍ਰਾਪਤ ਕਰਨੀ ਹੈ ਔਰ ਕਿਹੜਾ ਚਿਹਰਾ ਜਿਹੜਾ ਆ ਉਹ ਚੁਣਨਾ ਹੈ। ਸੋ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦੇ ਹੋਏ ਬਹੁਤ ਕੁਝ ਜਿਹੜਾ ਆ ਅੱਜ ਬੀਬੀ ਖਾਲੜਾ ਜੀ ਵੱਲੋਂ ਸਾਨੂੰ ਦੱਸਿਆ ਗਿਆ ਹੈ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।